पगले कोरिंथियंस 8 अध्याय पगले कोरिंथियंस पहला ग्रंथियो 8 अध्याय 9 अध्याय उसकी 24 वचन हम पढ़ेंगे। पहला ग्रंथियो 9 अध्याय ओदा 24 वचन नु आपां पढ़ांगे। क्या तुम नहीं जानते कि दौड़ में दौड़ते तो सब ही हैं, परंतु इनाम एक ही ले जाता है। तुम वैसे ही दौड़ो कि जीतो। आमीन। लिखा है दौड़ने वाले बहुत ज्यादा, ਅਤੇ ਲਿਖਿਆ ਹੋਇਆ ਕਿ ਦੌੜਨ ਵਾਲੇ ਤਾਂ ਬਥੇਰੇ ਦੌੜਦੇ ਨੇ, इनाम पाने वाले एक है। ਪਰ ਜਿਹੜਾ ਇਨਾਮ ਨੂੰ ਪ੍ਰਾਪਤ ਕਰਦਾ ਉਹ ਇੱਕੋ ਹੀ ਹੈ। सारी दुनिया, सारी जीव जंतु प्राणियां दौड़ रही हैं। ਅਤੇ ਸਾਰੀ ਦੁਨੀਆ, ਸਾਰੇ ਜੀਵ ਜੰਤੂ ਜਾਂ ਸਾਰੇ ਜਿੰਨੇ ਦੇ ਜੇ ਵੀ ਪ੍ਰਾਣੀ ਹੈਗੇ ਉਹ ਸਾਰੇ ਜੋ ਭੱਜ ਦੌੜ ਕਰ ਰਹੇ ਨੇ। आकाश की पक्षी अपना भेड़ को भरने के लिए दौड़ रही ਤੇ हैं, ਆਸਮਾਨ ਦੇ ਜਿਹੜੇ ਪੰਛੀ ਆ ਉਹ ਵੀ ਆਪਦਾ ਢਿੱਡ ਭਰਨ ਦੇ ਲਈ ਉੜਦੇ ਫਿਰਦੇ ਦੌੜਦੇ ਨੇ। और इस धरती की सब जानवर भोजन के लिए भाग रहे, दौड़ रहे हैं। ਅਤੇ ਧਰਤੀ ਦੇ ਜਿੰਨੇ ਵੀ ਜਾਨਵਰ ਹੈ ਉਹ ਵੀ ਆਪਦੀ ਜੋ ਭੋਜਨ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਭੱਜਦੇ ਫਿਰਦੇ ਨੇ। गैर कौम जो परमेश्वर को नहीं जानते हैं वो भी अपने डेली ब्रेड के लिए भाग रही हैं। ਅਤੇ ਜਿਹੜੇ अन्य जाति लोग ਨੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਉਹ ਵੀ ਆਪਦੀ ਰੋਜ਼ ਰੋਟੀ ਵਾਸਤੇ ਉਹ ਇੱਧਰ ਉੱਧਰ ਭੱਜਦੇ ਫਿਰਦੇ ਨੇ। लेकिन खुदा के लोग इन बातों से अलग हैं। ਪਰ ਪਰਮੇਸ਼ਰ ਦੇ ਲੋਕ ਇਹਨਾਂ ਗੱਲਾਂ ਤੋਂ ਵੱਖਰੇ ਨੇ। खुदा के लोगों की दौड़ परमेश्वर के लिए है। ਅਤੇ ਪਰਮੇਸ਼ਰ ਦੇ ਲੋਕਾਂ ਦੀ ਜਿਹੜੀ ਦੌੜ ਆ ਉਹ ਪਰਮੇਸ਼ਰ ਦੇ ਵਾਸਤੇ ਹੀ ਹੈ। मैं और आप युद्ध के भूमि पर मैदान में हैं। ਮੈਂ ਤੇ ਤੁਸੀਂ ਲੜਾਈ ਦੇ ਖੇਤਰ ਦੇ ਵਿੱਚ ਖੜੇ ਆ। बड़े युद्ध हमारे सामने हैं। ਬੜਾ ਇੱਕ ਲੜਾਈ ਦਾ ਜੰਗ ਦਾ ਮੈਦਾਨ ਸਾਡੇ ਸਾਹਮਣੇ ਹੈ। जिंदगी एक युद्ध लड़ाई है। ਲੜਾਈ ਆ ਸਾਡੀ ਜਿਹੜੀ ਜ਼ਿੰਦਗੀ ਆ ਉਹ ਵੀ ਇੱਕ ਲੜਾਈ ਆ, ਜੰਗ ਹੀ ਹੈ। हर परिस्थिति से हम लड़ना होगा। ਸਾਰੇ ਹਾਲਾਤਾਂ ਨਾਲ ਅਸੀਂ ਲੜਨਾ ਪਵੇਗਾ। बहुत सारी बातों के लिए हमारे दौड़ होते हैं, ਬਹੁਤ ਸਾਰੀਆਂ ਗੱਲਾਂ ਵਾਸਤੇ ਸਾਨੂੰ ਦੌੜਨਾ ਪੈਂਦਾ ਏ, लेकिन दौड़ में हारना नहीं। ਪਰ ਦੌੜ ਦੇ ਵਿੱਚ ਹਾਰਨਾ ਨਹੀਂ। मनुष्य के जीवन में फेलियर आ सकते हैं, ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗਿਰਾਵਟ ਆ ਜਾਂਦੀ ਹੈ। दौड़ में फेलियर आ सकते हैं। ਦੌੜਨ ਦੇ ਵੇਲੇ ਵੀ ਜਾਂ ਭੱਜਣ ਦੇ ਵੇਲੇ ਵੀ ਸਾਡਾ ਜੋ ਗਿਰਾਵਟ ਸਾਨੂੰ ਮਿਲ ਸਕਦੀ ਹੈ, लेकिन हम जय पाना जरूरी है। ਪਰ ਅਸੀਂ ਜਿੱਤ ਪਾਉਣੀ ਬਹੁਤ ਜ਼ਰੂਰੀ ਹੈ। मसीही जीवन एक दौड़ है, ਮਸੀਹੀ ਜ਼ਿੰਦਗੀ ਇੱਕ ਦੌੜ ਹੈ, आत्मिक जीवन एक दौड़ है, ਰੂਹਾਨੀ ਜ਼ਿੰਦਗੀ ਇੱਕ ਦੌੜ ਹੈ, विश्वास की जिंदगी एक दौड़ है। ਵਿਸ਼ਵਾਸ ਦੀ ਜ਼ਿੰਦਗੀ ਵੀ ਇੱਕ ਦੌੜ ਹੈ। मसीह पर विश्वास करने वाले उनकी जिंदगी एक दौड़ में है। ਮਸੀਹ ਦੇ ਉੱਤੇ ਭਰੋਸਾ ਰੱਖਣ ਵਾਲਿਆਂ ਦੀ ਜ਼ਿੰਦਗੀ ਇੱਕ ਦੌੜ ਦੇ ਸਮਾਨ ਹੈ। ये दौड़ में कोई फेल हो जाते हैं, कोई पास हो जाते हैं। ਇਸ ਦੌੜ ਦੇ ਵਿੱਚ ਕੁਝ ਲੋਕ ਫੇਲ ਹੋ ਜਾਂਦੇ ਆ, ਕੋਈ ਪਾਸ ਹੋ ਜਾਂਦੇ ਨੇ। यहाँ पे पौलुस कोरिन्थियों को, कलीसिया को, विश्वासियों को यही सिखाए जा रहे हैं, दौड़ने वाले बहुत ज्यादा हैं। ਇਸ ਥਾਂ ਦੇ ਵਿੱਚ ਜੋ ਕੋਰਿੰਥੀਆ ਦੀ ਸੰਗਤ ਨੂੰ ਇਸ ਤੇ ਪੌਲੁਸ ਇਹੀ ਕਹਿੰਦਾ ਹੈਗਾ ਕਿ ਜਿਹੜੇ ਭੱਜਣ ਵਾਲੇ ਜਾਂ ਦੌੜਨ ਵਾਲੇ ਬਹੁਤ ਲੋਕ ਨੇ, लेकिन जीतने वाले, विजय पाने वाला एक है। ਪਰ ਜਿਹੜੇ ਜਿੱਤ ਜਾਂਦੇ ਨੇ, ਜਿਹੜੇ ਇਨਾਮ ਪਾਉਂਦੇ ਨੇ ਉਹ ਇੱਕ ਹੀ ਨੇ। मसीही जीवन बिताएं, लास्ट में दौड़ में फेल हो गए, हार गए, हम आगे चल नहीं पा रहे, बड़े दुख की बात है। ਤੇ ਸਾਰੀ ਜ਼ਿੰਦਗੀ ਮਸੀਹ ਬਣੇ ਰਹੇ, ਪਰ ਅਖੀਰ ਦੇ ਵਿੱਚ ਆ ਕੇ ਜੇਕਰ ਅਸੀਂ ਉਸ ਦੌੜ ਨੂੰ ਹਾਰ ਗਏ ਜਾਂ ਡਿੱਗ ਗਏ ਆ ਤਾਂ ਫਿਰ ਉਹਦੇ ਵਿੱਚ ਬਹੁਤ ਹੀ ਦੁੱਖ ਦੀ ਗੱਲ ਹੈ। एक राजा दूसरी देश के साथ युद्ध किया है। ਇੱਕ ਪਾਤਸ਼ਾਹ ਨੇ ਦੂਸਰੇ ਪਾਤਸ਼ਾਹ ਦੇ ਨਾਲ ਲੜਾਈ ਜੰਗ ਲੜੀ ਹੈ। 7 बार युद्ध में फेल हो गए। 7 ਵਾਰ ਉਹ ਜੰਗ ਦੇ ਵਿੱਚ ਹਾਰ ਗਏ। उसकी जीवन में निराशा आए, ਉਹਦੀ ਜ਼ਿੰਦਗੀ ਦੇ ਵਿੱਚ ਕਾਫੀ ਨਿਰਾਸ਼ਾ ਆਈ। मैं कभी जीतेंगे नहीं, ਮੈਂ ਕਦੇ ਨਹੀਂ ਜਿੱਤਦਾ, मैं अपने फेलियर से बाहर नहीं ਤੇ आएंगे। ਮੈਂ ਇਸ ਆਪਣੀ ਗਿਰਾਵਟ ਤੋਂ ਬਾਹਰ ਨਹੀਂ ਨਿਕਲ ਸਕਦਾ।
मनुष्य की जिंदगी को देखे बहुत सारी गिरावट उसकी जीवन में ਤੇ है। ਜੇ ਮਨੁੱਖ ਦੀ ਜ਼ਿੰਦਗੀ ਦੇਖੀ ਤੇ ਬਹੁਤ ਸਾਰੀਆਂ ਜੇ ਗਿਰਾਵਟਾਂ ਨੇ ਉਹਦੀ ਜ਼ਿੰਦਗੀ ਦੇ ਵਿੱਚ। ये राजा भी 7 बार हार चुके हैं। ਅਤੇ ਪਾਤਸ਼ਾਹ 7 ਵਾਰ ਉਸ ਥਾਂ ਦੇ ਵਿੱਚ ਗਿਰਾਵਟ ਨੂੰ ਦੇਖ ਚੁੱਕਿਆ, ਹਾਰ ਚੁੱਕਿਆ ਹੈ। राजा अपने बिस्तरे में लेटे हुए थे। ਤੇ ਹੁਣ ਪਾਤਸ਼ਾਹ ਆਪਦੇ ਪਲੰਗ ਦੇ ਉੱਤੇ ਪਿਆ ਹੋਇਆ ਹੈ उसकी सोच ही थे अब मैं क्यों जीना है। ਅਤੇ ਉਹਨੇ ਇਹ ਸੋਚਿਆ ਕਿ ਹੁਣ ਮੇਰਾ ਜੀਣ ਦਾ ਕਾਰਨ ਹੀ ਕੁਛ ਨਹੀਂ, ਮੈਂ ਕਿਉਂ ਜੀਣਾ ਹੈ। 7 बार हार चुके हैं, 7 ਵਾਰ ਤਾਂ ਮੈਂ ਹਾਰ ਚੁੱਕਿਆ, अब मुझे आगे जीतने की मतलब ही नहीं ਹੁਣ है। ਤਾਂ ਮੇਰਾ ਜਿੱਤਣ ਦਾ ਕੋਈ ਵੀ ਸਵਾਲ ਪੈਦਾ ਨਹੀਂ ਹੁੰਦਾ। फेल होगी। ਹੁਣ ਮੈਂ ਹਾਰ ਚੁੱਕਿਆ, ਗਿਰ ਚੁੱਕਿਆ। तब राजा इस तरह छत को आंखें लगाकर लेटे हुए समय उसने एक प्राणी को देखा है। ਅਤੇ ਜਦੋਂ ਬਾਦਸ਼ਾਹ ਆਪਦੇ ਪਲੰਗ ਤੇ ਪਿਆ ਹੋਇਆ ਸੀ ਤਾਂ ਉਹਦੀਆਂ ਨਜ਼ਰਾਂ ਜੋ ਛੱਤ ਦੇ ਵੱਲ ਗਈਆਂ ਅਤੇ ਜਦੋਂ ਉਹ ਦੇਖ ਰਿਹਾ ਸੀ ਸੋਚਦੇ ਸੋਚਦੇ ਉਹਨੇ ਦੇਖਿਆ ਤਾਂ ਉੱਪਰ ਇੱਕ ਛੋਟੇ ਜਿਹੇ ਪ੍ਰਾਣੀ ਵੱਲ ਉਹਨੇ ਦੇਖਿਆ। इसने देखा स्पाइडर अपनी झाल बना रहे हैं। ਅਤੇ ਉਸ ਥਾਂ ਦੇ ਵਿੱਚ ਉਹਨੇ ਦੇਖਿਆ ਕਿ ਇੱਕ ਮੱਕੜੀ ਆਪਦਾ ਜਾਲਾ ਬਣਾ ਰਹੀ ਹੈ। उस जाल बनाने के लिए स्पाइडर जंप किया है। ਅਤੇ ਉਹ ਜਾਲ ਨੂੰ ਬਣਾਉਣ ਵਾਸਤੇ ਉਸ ਜਿਹੜਾ ਜੋ ਮੱਕੜੀ ਨੇ ਉਸ ਥਾਂ ਦੇ ਵਿੱਚ ਇੱਕ ਜੰਪ ਕੀਤਾ। एक बार जंप की गिर गया है, ਇੱਕ ਵਾਰ ਉਹਨੇ ਛਾਲ ਮਾਰੀ, ਉਹ ਡਿੱਗ ਗਈ। दूसरी बार झाल जंप किया है, ਦੂਜੀ ਵਾਰ ਫਿਰ ਉਹਨੇ ਛਾਲ ਮਾਰੀ ਹੈ, जाल में आके गिरा है। ਫਿਰ ਉਹ ਜਾਲ ਤੇ ਡਿੱਗ ਪਈ। इस तरह 7 बार जंप मारे, ਇਸੇ ਤਰ੍ਹਾਂ 7 ਵਾਰ ਉਹਨੇ ਉਹ ਛਾਲ ਮਾਰੀ, 7 बार गिर गए। 7 ਵਾਰ ਉਹ ਥੱਲੇ ਡਿੱਗੀ। लेकिन जब 8वां बार जंप किया ਪਰ है, ਜਦੋਂ ਉਹਨੇ 8ਵੀਂ ਵਾਰ ਫੇਰ ਦੁਬਾਰਾ ਇੱਕ ਛਾਲ ਮਾਰੀ उसको ग्रिप मिला है, ਤਾਂ ਉਹਨੂੰ ਪਕੜ ਮਿਲ ਗਈ। 8वां बार जीत गया है, 8ਵੀਂ ਵਾਰ ਉਹ ਜਿੱਤ ਗਈ। अपनी जाल बना दिया है। ਉਹਨੇ ਆਪਣਾ ਜਾਲਾ ਉੱਥੇ ਬਣਾਇਆ। राजा को होश आ गया है। ਰਾਜਾ ਨੂੰ ਇੱਕ ਹੋਸ਼ ਆਈ मकड़ी ने एक लेसन ਤੇ सिखाया। ਉਸ ਮੱਕੜੀ ਨੇ ਉਹਨੂੰ ਇੱਕ ਬਹੁਤ ਹੀ ਚੰਗਾ ਲੇਖ ਸਿਖਾਇਆ। इस राजा के अंदर विश्वास आए। ਇਸ ਰਾਜਾ ਦੇ ਅੰਦਰ ਇੱਕ ਭਰੋਸਾ ਵੱਧ ਗਿਆ। मकड़ी 7 बार गिर गए थे, ਮੱਕੜੀ 7 ਵਾਰ ਡਿੱਗ ਪਈ ਸੀ, 7 बार फेल हो गए 7 थे, ਵਾਰ ਉਹ ਥੱਲੇ ਡਿੱਗੀ, ਫੇਲ ਹੋਈ। लेकिन 8वां बार वो पास हो गया ਪਰ है। 8ਵੀਂ ਵਾਰ ਉਹ ਉਸ ਥਾਂ ਦੇ ਵਿੱਚ ਪਾਸ ਹੋ ਗਈ। राजा को विश्वास आए, ਬਾਦਸ਼ਾਹ ਦੇ ਅੰਦਰ ਇੱਕ ਵਿਸ਼ਵਾਸ ਜਾਗਿਆ। अब मैं एक बार और लड़ेंगे, ਹੁਣ ਮੈਂ ਇੱਕ ਵਾਰ ਫੇਰ ਜਾ ਕੇ ਲੜਾਈ ਕਰਾਂਗਾ, पूरी हिम्मत के साथ लड़ेंगे। ਪੂਰੇ ਤਾਕਤ ਦੇ ਨਾਲ ਮੈਂ ਉੱਥੇ ਲੜਾਂਗਾ। अब 8वां बार मैं फेल नहीं ਹੁਣ होगा, 8ਵੀਂ ਵਾਰ ਮੈਂ ਨਹੀਂ ਗਿਰਾਂਗਾ। पूरे विश्वास के ਪੂਰੇ साथ ਵਿਸ਼ਵਾਸ ਦੇ ਨਾਲ वो युद्ध किया है। ਉਹਨੇ ਉਸ ਜੰਗ ਨੂੰ ਲੜਿਆ। 8वां बार जो लड़ाई किया ਜਿਹੜਾ है, 8ਵੀਂ ਵਾਰ ਦਾ ਜੰਗ ਸੀਗੀ, राजा जीत गया है। ਬਾਦਸ਼ਾਹ ਜਿੱਤ ਗਿਆ। हालेलुया। यदि आपकी जीवन में कोई फेलियर आए, ਜੇ ਤੁਹਾਡੀ ਜ਼ਿੰਦਗੀ 'ਚ ਕੋਈ ਗਿਰਾਵਟ ਆਈ, विश्वास में फेलियर आए, ਵਿਸ਼ਵਾਸ ਦੇ ਵਿੱਚ ਗਿਰਾਵਟ ਆਈ, परिवार के जीवन में फेलियर ਟੱਬਰ ਦੀ आए, ਜ਼ਿੰਦਗੀ 'ਚ ਗਿਰਾਵਟ ਆਈ, पढ़ाई में फेलियर होए, ਪੜ੍ਹਾਈ ਦੇ ਵਿੱਚ ਗਿਰਾਵਟ ਆਈ, जीवन में कोई भी बातों में फेलियर होए, ਜ਼ਿੰਦਗੀ ਦੇ ਕਿਸੇ ਗੱਲ 'ਚ ਨਿਰਾਸ਼ ਹੋ ਗਏ, आपकी दौड़ को रुकना नहीं, ਤੁਹਾਡੀ ਦੌੜ ਨੂੰ ਰੋਕਣਾ ਨਹੀਂ। आपका दौड़ को स्टॉप ना करो। ਤੁਹਾਡੀ ਦੌੜ ਨੂੰ ਉਸ ਥਾਂ ਦੇ ਵਿੱਚ ਰੋਕੋ ਨਾ। आप पक्का जय पाओगे, ਤੁਸੀਂ ਇੱਕ ਦਿਨ ਜਿੱਤ ਜਾਓਗੇ, आप पक्का विजय ਤੁਸੀਂ पाओगे। ਪੱਕਾ ਜਿੱਤ ਜਾਓਗੇ। आप हारना नहीं है, ਤੁਸੀਂ ਹਾਰਨਾ ਨਹੀਂ ਹੈ। परिस्थिति हमारा साथ नहीं देंगे, ਹਾਲਾਤ ਸਾਡਾ ਸਾਥ ਨਹੀਂ ਦੇਣਗੇ, मौसम साथ नहीं देंगे। ਮੌਸਮ ਸਾਥ ਨਹੀਂ ਦੇਊਗਾ। अभी भी मौसम साथ नहीं है। ਹੁਣ ਵੀ ਕਿਹੜਾ ਮੌਸਮ ਸਾਡੇ ਨਾਲ ਹੈ। सुबह बारिश आए, ਸਵੇਰੇ ਇੱਥੇ ਮੀਂਹ ਪਿਆ, कारपेट सारे गिल्ले हो गए, ਇਹ ਜਿਹੜੇ ਦਰੀਆਂ ਵਿਛੀਆਂ ਸਾਰੀਆਂ ਜੋ ਭਿੱਜ ਗਈਆਂ, चेंज करना पड़ा, ਇਹ ਸਾਨੂੰ ਬਦਲਣੀਆਂ ਪਈਆਂ। दूसरे कारपेट लगाए। ਫਿਰ ਦੂਜੇ ਅਸੀਂ ਦਰੀਆਂ ਇੱਥੇ ਵਿਛਾਈਆਂ। हम लड़ाई में, युद्ध में हम जीत गया है। ਅਸੀਂ ਲੜਾਈ ਦੇ ਵਿੱਚ, ਜੰਗ ਦੇ ਵਿੱਚ ਅਸੀਂ ਜਿੱਤ ਗਏ ਆ। यदि हम सोचेंगे बारिश आए, ਜੇ ਸੋਚੀਏ ਮੀਂਹ ਪਿਆ, ये पर्दा गिल्ला हो ਤੇ गए, ਪਰਦੇ ਸਾਰੇ ਗਿੱਲੇ ਹੋਏ, कारपेट गिल्ला हो गए, ਦਰੀਆਂ ਗਿੱਲੀਆਂ ਹੋ ਗਈਆਂ। मीटिंग नहीं होगा, ਹੁਣ ਮੀਟਿੰਗ ਔਖਾ ਹੈ, खाना बनाने मुश्किल है। ਖਾਣਾ ਬਣਾਉਣਾ ਔਖਾ ਹੈ। आज बनाने वाले बहन लोग भी नहीं आए। ਅੱਜ ਬਣਾਉਣ ਵਾਲੀਆਂ ਭੈਣਾਂ ਵੀ ਘੱਟ ਆਈਆਂ। हमने बताए ਅਸੀਂ ਕਿਹਾ खड़ी चावल बना दो, बहुत टेस्टी है। ਕੜੀ ਚਾਵਲ ਬਣਾ ਦਿਓ, ਬਹੁਤ ਸਵਾਦ ਹੈ।
हम फेल होने की मतलब भी नहीं है। ਅਸੀਂ गिर जाइए या गिरावट ਚ जाइए या फेल हो जाइए ਇਹਦਾ कोई मतलब नहीं है। आप इस जगह के मालिक ने बताया वेकेट करो। ਅਤੇ ਇਸ ਥਾਂ ਦੇ ਮਾਲਕ ਨੇ ਦੱਸਿਆ ਕਿ ਤੁਸੀਂ ਇਸ ਨੂੰ ਛੱਡਣਾ ਪਏਗਾ। क्या कितने लोगों को विश्वास है हम सड़क में जाके बैठेंगे? ਕਿੰਨੇ ਜਣਿਆਂ ਨੂੰ ਭਰੋਸਾ ਸੜਕ ਤੇ ਵੀ ਅਸੀਂ ਬਹਿ ਸਕਦੇ ਹਾਂ? अच्छा जी। जीवित परमेश्वर को हम पुकार रहे हैं। ਜਿਉਂਦੇ ਪਰਮੇਸ਼ਰ ਨੂੰ ਅਸੀਂ ਬੁਲਾ ਰਹੇ ਹਾਂ। इससे बढ़िया इंतजाम प्रभु आगे करेंगे। ਇਹਦੇ ਤੋਂ ਵੀ ਸੋਹਣਾ ਇੰਤਜ਼ਾਮ ਪਰਮੇਸ਼ਰ ਕਰੇਗਾ। हालेलुया। लड़ाई में हारना नहीं, ਲੜਾਈ 'ਚ ਹਾਰਨਾ ਨਹੀਂ, युद्ध में हारना नहीं, ਲੜਾਈ 'ਚ ਹਾਰਨਾ ਨਹੀਂ, जय पाना है, ਜਿੱਤਣਾ ਹੈ, विजय पाना है। ਜਿੱਤ ਜਾਣਾ ਹੈ। जब हम जय पाओगे ਜਦੋਂ ਅਸੀਂ ਜਿੱਤ ਜਾਵਾਂਗੇ परमेश्वर की महिमा होगी। ਪਰਮੇਸ਼ਰ ਦੀ ਵਡਿਆਈ ਹੋਵੇਗੀ। एजुकेशन में कभी भी आप हारना नहीं। ਪੜ੍ਹਾਈ ਲਿਖਾਈ 'ਚ ਕਦੇ ਵੀ ਤੁਸੀਂ ਹਾਰਨਾ ਨਹੀਂ। हो सकते फेल भी होगे, ਹੋ ਸਕਦਾ ਫੇਲ ਹੋ ਗਏ, दूसरा बार ट्राई करो, ਦੂਜੀ ਵਾਰ ਫੇਰ ਟਰਾਈ ਕਰੋ, तीसरा करो, ਤੀਸਰੀ ਵਾਰ ਕਰੋ, चौथा करो, ਚੌਥੀ ਵਾਰ ਕਰੋ, पांचवा करो, ਪੰਜਵੀਂ ਵਾਰ ਕਰੋ। पक्का जीत आपका ये ਇੱਕ है। ਦਿਨ ਜ਼ਰੂਰ ਜਿੱਤ ਜਾਓਗੇ। परिवार के जीवन, ਟੱਬਰ ਦੀ ਜ਼ਿੰਦਗੀ, विश्वास की दौड़, ਵਿਸ਼ਵਾਸ ਦੀ ਦੌੜ, हारना नहीं। ਹਾਰਨਾ ਨਹੀਂ। इनके इस हार भी गए, ਚਲੋ ਕਿਸੇ ਵੀ ਤਰੀਕੇ ਨਾਲ ਚਲੋ ਹਾਰ ਵੀ ਗਏ। आपके लिए मौका है। ਤੁਹਾਡੇ ਵਾਸਤੇ ਇੱਕ ਮੌਕਾ ਹੈ। कुछ लोगों के लिए भविष्यवाणी बता रहे ਕੁਝ हैं, ਲੋਕਾਂ ਲਈ ਨਬੂਵਤ ਹੋ ਰਹੀ ਹੈ। मौका हो रहे हैं, ਹਜੇ ਵੀ ਮੌਕਾ ਪਿਆ ਹੈ। अच्छी नंबर में पास हो जाएंगे, ਚੰਗੇ ਨੰਬਰਾਂ ਨਾਲ ਪਾਸ ਹੋ ਸਕਦੇ ਹੋ। अच्छी नंबर में पास हो जाएंगे। ਚੰਗੇ ਨੰਬਰਾਂ ਨਾਲ ਪਾਸ ਹੋ ਸਕਦੇ ਹੋ। गिरी हुई लोगों को देखे हाय हाय ना बोले। ਡਿੱਗੇ ਹੋਏ ਲੋਕਾਂ ਨੂੰ ਦੇਖ ਕੇ ਹਾਏ ਹਾਏ ਨਾ ਕਰੋ। किसी के अंदर कोई गलती भी हो गई, ਕਿਸੇ ਤੋਂ ਕੋਈ ਗਲਤੀ ਹੋ ਵੀ ਗਈ, किसी की कोई गलती भी हमने पकड़ लिया ਕਿਸੇ है। ਦੀ ਗਲਤੀ ਆਪਾਂ ਫੜ ਵੀ ਲਈ। जैसे गैर कौम करते हैं, उनके लात मार के कीचड़ में ना गिराओ। ਅਤੇ ਜਿਵੇਂ अन्य जाति ਲੋਕ ਕਰਦੇ ਕਿ ਠੇਡਾ ਮਾਰੋ ਤੇ ਚਿੱਕੜ 'ਚ ਕਦੇ ਨਾ ਇਦਾਂ ਨਾ ਕਰੋ। उन्हें हाथ पकड़ के उठाना आपका फर्ज है। ਉਹਨਾਂ ਨੂੰ ਹੱਥ ਫੜ ਕੇ ਉਹਦੇ ਵਿੱਚੋਂ ਬਾਹਰ ਕੱਢਣਾ ਇਹ ਤੁਹਾਡਾ ਫਰਜ਼ ਹੈ। हालेलुया। इस लड़ाई में, युद्ध में आप साथ देना ਅਤੇ है। ਇਸ ਲੜਾਈ ਦੇ ਵਿੱਚ ਜੰਗ 'ਚ ਤੁਸੀਂ ਸਾਥ ਦੇਣਾ ਹੈ। पतरस और यूहन्ना जो सुंदर कहलाते हैं मंदिर जा रहे ਅਤੇ थे। ਪਤਰਸ ਤੇ ਯੋਹੰਨਾ ਜਦੋਂ ਮੰਦਿਰ ਦੇ ਵੱਲ ਜਾ ਰਹੇ ਸੋਹਣਾ ਕਹਿਲਾਉਣ ਵਾਲੇ ਫਾਟਕ ਦੇ ਕੋਲ ਪਹੁੰਚੇ देखा माँ की गर्भ से जो लेंगड़े थे और भिखारी मंदिर के सामने बैठा ਅਤੇ है। ਦੇਖਿਆ ਗਿਆ ਕਿ ਜਮਾਂਦਰੂ ਲੰਗੜਾ ਜਿਹੜਾ ਕਿ ਭਿਖਾਰੀ ਆ ਭੀਖ ਮੰਗਦਾ ਹੈ ਉਹ ਉੱਥੇ ਬੈਠਾ ਹੈ। पतरस और यूहन्ना से भीख मांगे। ਪਤਰਸ ਤੇ ਯੋਹੰਨਾ ਤੋਂ ਉਹਨਾਂ ਨੇ ਭੀਖ ਮੰਗੀ। पतरस आत्मपूर्णता में कहा, ਪਤਰਸ ਨੇ ਰੂਹ ਭਰਪੂਰੀ ਨਾਲ ਕਿਹਾ सोना चांदी मेरे पास नहीं ਸੋਨਾ है, ਚਾਂਦੀ ਮੇਰੇ ਕੋਲ ਨਹੀਂ ਹੈ, जो मेरे पास है ਜੋ ਮੇਰੇ ਕੋਲ ਹੈ मैं तुझको देते ਮੈਂ हैं। ਤੈਨੂੰ ਦੇਵਾਂਗਾ। यीशु नासरी के नाम ਯਿਸੂ से ਨਾਸਰੀ ਦੇ ਨਾਮ 'ਚ चल फिर, ਖੜਾ ਹੋ। और उसको हाथ पकड़ के उठाएं। ਉਹਦਾ ਹੱਥ ਫੜਿਆ ਤੇ ਉਹਨੂੰ ਚੱਕਿਆ। बाइबल कहते हैं ਬਾਣੀ 'ਚ ਲਿਖਿਆ ਹੈ उसकी हाथ और पाँव में बल आ ਤੇ गए, ਉਹਦੇ ਹੱਥਾਂ ਦੇ ਪੈਰਾਂ ਦੇ ਵਿੱਚ ਜ਼ੋਰ ਆਇਆ। जो लंगड़ापन हमेशा के लिए चले गए। ਉਹਦਾ ਲੰਗੜਾਪਨ ਨਿਕਲ ਗਿਆ। अभिषिक्त लोग यहाँ पे बैठे हैं, ਮਸਾ ਕੀਤੇ ਲੋਕ ਇੱਥੇ ਬੈਠੇ आप ਨੇ। एक दूसरे को हाथ पकड़ने ਤੁਸੀਂ ਇੱਕ वाले ਦੂਜੇ ਦਾ हो, ਹੱਥ ਫੜਨ ਵਾਲੇ एक ਹੋ, दूसरे के लिए तसल्ली देने ਇੱਕ वाले हो, ਦੂਜੇ ਨੂੰ ਤਸੱਲੀ ਦੇਣ ਵਾਲੇ, एक दूसरे को सिखाने वाले ਇੱਕ हो, ਦੂਜੇ ਨੂੰ ਸਿਖਾਉਣ ਵਾਲੇ ਹੋ, एक दूसरे को समझाने ਇੱਕ वाले ਦੂਜੇ हो, ਨੂੰ ਸਮਝਾਉਣ ਵਾਲੇ ਹੋ, एक दूसरे की उठाने वाले ਇੱਕ ਦੂਜੇ ਨੂੰ हो, ਉੱਚਾ ਚੱਕਣ ਵਾਲੇ ਹੋ ताकि वो दौड़ में आगे चले। ਤਾਂ ਕਿ ਤੁਸੀਂ ਉਸ ਦੌੜ ਦੇ ਵਿੱਚ ਅੱਗੇ ਵਧੋ। बाइबल कहते हैं ਬਾਣੀ 'ਚ ਲਿਖਿਆ ਹੈ मेरे और आपके सामने दौड़ है। ਮੇਰੇ ਤੇ ਤੁਹਾਡੇ ਸਾਹਮਣੇ ਇੱਕ ਦੌੜ ਹੈ। विश्वास की जिंदगी एक दौड़ है, ਵਿਸ਼ਵਾਸੀ ਜ਼ਿੰਦਗੀ ਇੱਕ ਦੌੜ ਹੈ। मसीह की जीवन एक दौड़ है, ਮਸੀਹੀ ਜ਼ਿੰਦਗੀ ਇੱਕ ਦੌੜ ਹੈ। पवित्र जीवन एक दौड़ ਪਾਕ है, ਜ਼ਿੰਦਗੀ ਇੱਕ ਦੌੜ ਹੈ। प्रार्थना में दौड़ है, ਦੁਆ ਕਰਨਾ ਦੌੜ ਹੈ। विश्वास में दौड़ है, ਵਿਸ਼ਵਾਸ 'ਚ ਦੌੜ ਹੈ। पवित्र जीवन में ਪਾਕ दौड़ ਜ਼ਿੰਦਗੀ है। 'ਚ ਦੌੜ ਹੈ। ये दौड़ में ਇਹ ਦੌੜ 'ਚ यदि फेल भी हो गए, ਜੇਕਰ ਅਸੀਂ ਡਿੱਗ ਵੀ ਗਏ आप उठना है ਤੁਸੀਂ ਉੱਠਣਾ ਹੈ, और आगे दौड़ना है, ਫਿਰ ਅੱਗੇ ਫੇਰ ਦੌੜਨਾ ਹੈ, आगे दौड़ना ਅੱਗੇ है, ਦੌੜਨਾ ਹੈ। फेल ना हो, ਫੇਲ ਨਾ ਹੋਵੋ, फेलियर ना हो, ਡਿੱਗੋ ਨਾ, फेलियर ना हो। ਡਿੱਗੋ ਨਾ। इस दौड़ में ਇਸ ਦੌੜ 'ਚ जय पाना है, ਜਿੱਤਣਾ ਹੈ। इस दौड़ में ਇਸ ਦੌੜ 'ਚ विजय पाना है। ਜਿੱਤ ਪਾਉਣੀ ਹੈ। बाइबल कहते हैं ਬਾਣੀ 'ਚ ਲਿਖਿਆ ਹੈ दौड़ने वाले बहुत है, ਭੱਜਣ ਵਾਲੇ ਬਹੁਤ ਨੇ, इनाम पाते हैं एक है। ਪੁਰਸਕਾਰ ਪਾਉਣ ਵਾਲਾ ਇੱਕ ਹੈ। बाइबल कहते हैं ਬਾਣੀ 'ਚ ਲਿਖਿਆ ਹੈ बुलाया लोग बहुत ज्यादा है, ਸੱਦੇ ਹੋਏ ਤਾਂ ਬਹੁਤ ਨੇ लेकिन चुने हुए लोग बहुत कम ਪਰ है। ਚੁਣਿੰਦੇ ਲੋਕ ਬਹੁਤ ਘੱਟ ਨੇ। बुलाया लोग बहुत, लेकिन चुने हुए लोग बहुत कम है। ਸੱਦੇ ਹੋਏ ਤਾਂ ਬਥੇਰੇ ਨੇ ਪਰ ਉਹਦੇ ਵਿੱਚ ਚੁਣੇ ਹੋਏ ਬਹੁਤ ਘੱਟ ਨੇ।
मैं और आप बुलाया लोगों से बढ़कर चुने हुए लोगों में हमारा गिनती होना आवश्यक है। ਤੇ ਮੈਂ ਤੇ ਤੁਸੀਂ ਜੋ ਬੁਲਾਏ ਹੋਏ ਲੋਕਾਂ ਤੋਂ ਵੱਧ ਕੇ ਅਸੀਂ ਚੁਣੇ ਹੋਏ ਲੋਕਾਂ ਦੇ ਵਿੱਚ ਆਉਂਦੇ ਆ। हम अपनी दौड़ में हम विजय पाना ਅਸੀਂ है। ਆਪਦੀ ਜਿੱਤ ਪਾਉਣੀ ਆਪਣੀ ਦੌੜ ਦੇ ਵਿੱਚ। दौड़ एक दिन का नहीं, ਦੌੜ ਇੱਕ ਦਿਨ ਦੀ ਨਹੀਂ, 2 दिन का नहीं। ਇਹ 2 ਦਿਨਾਂ ਦੀ ਨਹੀਂ। जो 2 दिन की दौड़ में, ਜਿਹੜੀ 2 ਦਿਨਾਂ ਦੀ ਦੌੜ ਹੈ, कुछ दिन की दौड़ में ਕੁਝ ਦਿਨਾਂ ਦੀ ਦੌੜ 'ਚ जो फेल होता है ਜਿਹੜੇ ਡਿੱਗ ਜਾਂਦੇ ਨੇ वो सोचेंगे आगे दौड़ नहीं है, ਉਹ ਸੋਚਣਗੇ ਅੱਗੇ ਤਾਂ ਕੋਈ ਦੌੜ ਹੈ ਹੀ ਨਹੀਂ। वो जाके आत्महत्या करेंगे ਉਹ ਜਾ ਕੇ ਖੁਦ ਨੂੰ ਖਤਮ ਕਰ ਲੈਣਗੇ या रेल की पटरी पे सिर ਜਾਂ लगाएंगे। ਰੇਲ ਦੀ ਪਟੜੀ ਤੇ ਸਿਰ ਰੱਖਣਗੇ। मूर्ख अपने प्राण को नष्ट करते ਤੇ हैं। ਮੂਰਖ ਆਪਦੇ ਜੋ ਜ਼ਿੰਦਗੀ ਨੂੰ ਨਾਸ਼ ਕਰਦਾ ਹੈ। यदि मैं आपसे एक बात कहना चाहते ਮੈਂ हैं, ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ, दुष्ट कभी भी हमारे साथ नहीं देंगे, ਸ਼ੈਤਾਨ ਕਦੇ ਸਾਡਾ ਸਾਥ ਨਹੀਂ वो ਦੇਵੇਗਾ। मेरे और आपका खिलाफ ਉਹ है, ਮੇਰੇ ਤੁਹਾਡੇ ਵਿਰੁੱਧ ਹੈ, मेरे और आपका विश्वास ਮੇਰੇ के ਤੇ खिलाफ ਤੁਹਾਡੇ है ਵਿਸ਼ਵਾਸ ਦੇ ਵਿਰੁੱਧ ਹੈ, और हमारे जीवन के ਸਾਡੀ खिलाफ ਜ਼ਿੰਦਗੀ है, ਦੇ ਵਿਰੁੱਧ ਹੈ, मसीह की जिंदगी के ਪਾਕ खिलाफ ਜ਼ਿੰਦਗੀ ਦੇ है ਵਿਰੁੱਧ ਹੈ, और हमारे परिवार के खिलाफ ਸਾਡੇ है। ਟੱਬਰ ਦੇ ਵਿਰੁੱਧ ਹੈ। आम खुदा में जो चल रहे हैं उसका खिलाफ है। ਅਸੀਂ ਪ੍ਰਭੂ 'ਚ ਚੱਲ ਰਹੇ ਇਹ ਉਹਦੇ ਵਿਰੋਧ ਦੇ ਵਿੱਚ है। आम लड़ते 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 आगे जाके जीत को पाना है। ਅਸੀਂ ਲੜਦੇ ਹੋਏ ਨੇ ਅੱਗੇ ਜਿੱਤ ਪਾਉਣੀ ਹੈ। आगे हम लड़ते 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 जाके विजय पाना ਅਸੀਂ है। ਲੜਦੇ ਨੇ ਅੱਗੇ ਜਿੱਤ ਜਾਣਾ ਹੈ। जो विजय पाएंगे, ਜਿਹੜੇ ਜਿੱਤ ਜਾਣਗੇ, प्रकाश वाक्य में लिखा है जो जय पाएंगे उसके लिए क्या इनाम रखा है। ਅਤੇ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਜਿੱਤ ਜਾਣਗੇ ਉਹਨਾਂ ਲਈ ਕੀ ਕੀ ਇਨਾਮ ਰੱਖੇ ਨੇ। संसार से जय पाएं, ਦੁਨੀਆ ਤੋਂ ਜਿੱਤ ਪਾਓ, पाप से जय पाएं, ਪਾਪ ਤੋਂ ਜਿੱਤ ਪਾਓ, दौड़ में जय पाएं, ਦੌੜਨ ਦੇ ਵਿੱਚ ਜਿੱਤ ਜਾਓ, मसीह में चलते जय ਮਸੀਹ 'ਚ पाएं, ਚੱਲਦੇ ਜਿੱਤ ਪਾਓ, विश्वास में चलते जय ਵਿਸ਼ਵਾਸ 'ਚ पाएं। ਚੱਲਦੇ ਜਿੱਤ ਪਾਓ। उस आशीषों को विषय में हम पढ़ेंगे प्रकाश वाक्य। ਉਹਨਾਂ ਬਰਕਤਾਂ ਦੇ ਬਾਰੇ ਪੜਾਂਗੇ ਪ੍ਰਕਾਸ਼ ਦੀ ਪੋਥੀ 7 कलीसियाओं के लिए वचन कहते हैं ਤੇ ਸੰਗਤਾਂ ਦੇ ਬਾਰੇ ਵਚਨ ਲਿਖਿਆ ਹੋਇਆ ਹੈ जो जय पाएं। ਜਿਹੜੇ ਜਿੱਤ ਪਾਣ। एफेसुस की कलीसिया के लिए कहते हैं 2 अध्याय उसकी 7वां वचन। ਅਫਸਸ ਦੀ ਜੋ ਫੀਸਿਆਂ ਦੇ ਖੱਤ ਦੇ ਵਿੱਚ ਲਿਖਿਆ ਹੋਇਆ ਕਿ ਦੂਸਰਾ ਅਧਿਆਇ ਉਹਦਾ 7 वचन ਦੇ ਵਿੱਚ ਉੱਥੋਂ ਦੀ ਸੰਗਤ ਵਾਸਤੇ ਲਿਖਿਆ है जिसके कान हैं वह सुन ले कि आत्मा कलीसियाओं से क्या कहता है। जो जय पाए मैं उसे उस जीवन के पेड़ में से जो परमेश्वर के स्वर्गलोक में है फल खाने को दूंगा। जो जय पाए, ਜਿਹੜਾ ਜਿੱਤ ਜਾਵੇ, परमेश्वर की वाटिका में स्वर्ग में जीवन की वृक्ष का फल खाने दूंगा। ਅਤੇ ਪਰਮੇਸ਼ਰ ਉਹ ਸਵਰਗ ਦੇ ਵਿੱਚੋਂ ਉਸ ਬਾਟਿਕਾ ਦੇ ਵਿੱਚੋਂ ਜ਼ਿੰਦਗੀ ਦੇ ਫਲ ਨੂੰ ਖਾਣ ਦੇ ਵਾਸਤੇ ਦੇਵੇਗਾ। जो जय पाएंगे परमेश्वर की स्वर्ग की जो जीवन की वृक्ष है उसका फल जरूर ਅਤੇ खाने ਜਿਹੜੇ ਜਿੱਤ देंगे। ਜਾਣਗੇ ਉਹ ਪਰਮੇਸ਼ਰ ਦੇ ਸਵਰਗ ਦੇ ਵਿੱਚ ਲੱਗੀ ਬਾਟਿਕਾ ਦਾ ਜਿਹੜਾ ਜ਼ਿੰਦਗੀ ਦਾ ਰੁੱਖ ਲੱਗਿਆ ਹੋਇਆ ਉਹਦਾ ਫਲ ਨੂੰ ਖਾ ਲੈਣਗੇ। याद रखना है ਯਾਦ ਰੱਖਣਾ ਹੈ, दौड़ में ਦੌੜਨ 'ਚ जीतना है। ਜਿੱਤਣਾ ਹੈ। जीतने वालों के ਜਿੱਤਣ लिए ਵਾਲਿਆਂ ਲਈ बाइबल कहते हैं ਬਾਣੀ 'ਚ ਲਿਖਿਆ ਹੈ स्वर्ग में जीवन की वृक्ष का फल में खाने ਸਵਰਗ दूंगा। ਦੇ ਵਿੱਚ ਜ਼ਿੰਦਗੀ ਦੇ ਰੁੱਖ ਦਾ ਫਲ ਖਾਣ ਨਹੀਂ ਦੇਵਾਂਗਾ। हो सकते हैं आपको इस धरती पर बड़ी खुशी और आनंद नहीं मिलते, ਹੋ ਸਕਦਾ ਇਸ ਧਰਤੀ ਤੇ ਬਹੁਤ ਜ਼ਿਆਦਾ ਖੁਸ਼ੀਆਂ ਆਨੰਦ ਨਹੀਂ ਮਿਲਦਾ। लोग आपकी गलतियां निकालते ਲੋਕ हैं, ਤੁਹਾਡੇ 'ਚ ਕਮੀਆਂ ਕੱਢਦੇ ਆ, लोग आपके आरोप लगाते ਲੋਕ हैं, ਤੁਹਾਡੇ ਤੇ ਦੋਸ਼ ਲਾਉਂਦੇ ਆ, लोग आपका खिलाफ हैं, ਲੋਕ ਤੁਹਾਡੇ ਵਿਰੁੱਧ ਨੇ। लेकिन आपके लिए एक आशा की बातें हैं। ਪਰ ਤੁਹਾਡੇ ਵਾਸਤੇ ਇੱਕ ਉਮੀਦ ਦੀ ਗੱਲ ਹੈ। वचन कहते हैं ਬਾਣੀ 'ਚ ਲਿਖਿਆ ਹੈ जो जय पाएंगे ਜਿਹੜੇ ਜਿੱਤ ਜਾਣਗੇ स्वर्ग में ਸਵਰਗ 'ਚ जीवन की वृक्ष की फल खाने दूंगा। ਜ਼ਿੰਦਗੀ ਦੇ ਰੁੱਖ ਦਾ ਫਲ ਖਾਣ ਲਈ ਉਹਨਾਂ ਨੂੰ ਦੇਵਾਂਗਾ। एफेसुस की कलीसिया के लिए परमेश्वर की वायदा ਤੇ है। ਅਫੀਸੀਆਂ ਦੇ ਜੋ ਸੰਗਤ ਦੇ ਲਈ ਪਰਮੇਸ਼ਰ ਦਾ ਵਾਅਦਾ ਹੈ। और आगे स्मुरना की कलीसिया के विषय में हम ਤੇ पढ़ते ਅੱਗੇ हैं ਸਮਰਨਾ ਦੀ ਸੰਗਤ ਦੇ ਬਾਰੇ ਲਿਖਿਆ ਹੋਇਆ ਹੈ। 2 अध्याय उसकी 11वां वचन हम पढ़ेंगे। दूसरा अध्याय ਉਹਦਾ 11ਵਾਂ वचन ਨੂੰ पढ़ेंगे। जिनके कान है वह सुन ले कि आत्मा कलीसियाओं से क्या कहता है। जो जय पाए उसको दूसरी मृत्यु से हानि ना पहुंचेगी। दूसरी मृत्यु में हानि नहीं पहुंचेगी। ਦੂਜੀ ਮੌਤ ਦੇ ਉੱਤੇ ਕੋਈ ਵੀ ਉਹਨਾਂ ਨੂੰ ਹਾਨੀ ਨਾ ਹੋਵੇਗੀ। मृत्यु हर एक मनुष्य को जीवन में आएंगे। ਮੌਤ ਹਰੇਕ ਬੰਦੇ ਦੀ ਜ਼ਿੰਦਗੀ 'ਚ ਆਵੇਗੀ। जब परमेश्वर मनुष्य को बनाए केवल मनुष्य से
चेतावनी दी, यदि तुम इस वृक्ष का फल खाओगे तुम मर जाओगे। ਅਤੇ ਜਦੋਂ ਪਰਮੇਸ਼ਰ ਨੇ ਮਨੁੱਖ ਦੀ ਸ੍ਰਿਸ਼ਟੀ ਕੀਤੀ ਹੈ, ਸਭ ਚੀਜ਼ਾਂ ਬਣਾਈਆਂ, ਤਾਂ ਉਹਦੇ ਵਿੱਚੋਂ ਸਿਰਫ ਮਨੁੱਖ ਨੂੰ ਪਰਮੇਸ਼ਰ ਨੇ ਇਹ ਗੱਲ ਕਹੀ ਸੀ ਕਿ ਜੇ ਤੂੰ ਉਸ ਫਲ ਨੂੰ ਖਾਵੇਂਗਾ ਤਾਂ ਮਰ ਜਾਵੇਂਗਾ। परमेश्वर की सृष्टि को किसी को भी नहीं बोला तुम मरोगे। ਪਰਮੇਸ਼ਰ ਨੇ ਬਾਕੀ ਰਚਨਾ ਨੂੰ ਕਿਸੇ ਨੂੰ ਵੀ ਨਹੀਂ ਕਿਹਾ ਜੋ ਪਰਮੇਸ਼ਰ ਨੇ ਬਣਾਇਆ ਸੀ ਕਿ ਤੂੰ ਮਰ ਜਾਏਗਾ। मनुष्य को बोला है, ਸਿਰਫ ਇਨਸਾਨ ਨੂੰ ਕਿਹਾ यदि तुम इस वृक्ष का फल खाओगे तुम मर ਤੇ जाओगे। ਜੇ ਤੁਸੀਂ ਇਸ ਰੁੱਖ ਦਾ ਫਲ ਖਾਓਗੇ ਮਰ ਜਾਓਗੇ। वचन कहते हैं ਬਾਣੀ 'ਚ ਲਿਖਿਆ ਹੈ जो जय पाएंगे ਜਿਹੜੇ ਜਿੱਤ ਪਾਉਣਗੇ दूसरी मौत पर कोई हानि नहीं ਤੇ होगी, ਦੂਜੀ ਮੌਤ ਦੇ ਉਹਨਾਂ ਤੇ ਕੋਈ ਵੀ ਵਸ ਨਾ ਚੱਲੇਗਾ दूसरी मृत्यु पर कोई हानि नहीं ਅਤੇ होगी। ਦੂਜੀ ਮੌਤ ਦਾ ਉਹਨਾਂ ਤੇ ਕੋਈ ਵੀ ਹਾਨੀ ਨਾ ਹੋਵੇਗੀ। आगे हम देखते हैं परगमुस की कलीसियाएं, ਅਤੇ ਪਿਰਗਮੁਨ ਦੀ ਸੰਗਤ ਬਾਰੇ ਲਿਖਿਆ ਹੋਇਆ ਹੈ। दूसरा अध्याय उसकी 17वां वचन। दूजा अध्याय 17वां वचन, जो जय पाए उसे मैं गुप्त मन्ना दे दूंगा और उसे एक सफेद पत्थर भी दूंगा, उस पत्थर पर एक नाम लिखा हुआ होगा जिसे उसके पाने वाले के सिवाय और कोई ना जानेगा। जो जय पाए उन्हें गुप्त मन्ना दूंगा। ਅਤੇ ਜਿਹੜੇ ਜਿੱਤ ਜਾਣਗੇ ਪਰਮੇਸ਼ਰ ਕਹਿੰਦਾ ਉਹਨਾਂ ਨੂੰ ਮੈਂ ਇੱਕ ਗੁਪਤ ਮੰਨਾ ਦੇਵਾਂਗਾ। उसको सफेद पत्थर मिलेंगे, ਅਤੇ ਇੱਕ ਸਫੇਦ ਪੱਥਰ ਉਹਨੂੰ ਦਿੱਤਾ ਜਾਵੇਗਾ। उस पत्थर पर एक नया नाम लिखे उसको मिलेंगे। ਅਤੇ ਉਸ ਪੱਥਰ ਦੇ ਉੱਤੇ ਇੱਕ ਨਵਾਂ ਇੱਕ ਨਾਮ ਲਿਖਿਆ ਹੋਇਆ ਉਸ ਨੂੰ ਮਿਲੇਗਾ। जो जय पाएंगे, ਪਰ ਜਿਹੜੇ ਜਿੱਤ ਜਾਣਗੇ परमेश्वर आपका नाम ऊंचा उठाना चाहते हैं, ਪਰਮੇਸ਼ਰ ਤੁਹਾਡੇ ਨਾਮ ਨੂੰ ਉੱਚਾ ਚੱਕਣਾ ਚਾਹੁੰਦਾ ਹੈ। लेकिन दुष्ट अपना नाम को नीचे करना चाहते हैं। ਪਰ ਸ਼ੈਤਾਨ ਸਾਡੇ ਨਾਮ ਨੂੰ ਨੀਚੇ ਕਰਨਾ ਚਾਹੁੰਦਾ ਹੈ। दुष्ट हमेशा कोशिश में आपका नाम मिटा दे, कदम करे, नीचे करे, बदनाम करे, दोष लगाएं। दुष्ट इस कोशिश में है। ਅਤੇ ਸ਼ੈਤਾਨ ਹਮੇਸ਼ਾ ਇਸ ਗੱਲ ਦੇ ਮਗਰ ਪਿਆ ਰਹਿੰਦਾ ਕਿ ਕਿਸੇ ਵੀ ਤਰੀਕੇ ਨਾਲ ਤੁਹਾਡੇ ਨਾਮ ਨੂੰ ਖਤਮ ਕਰੇ, ਤੁਹਾਨੂੰ ਨੀਵਾਂ ਕਰੇ, ਤੁਹਾਡੇ ਨਾਮ ਨੂੰ ਮਿਟਾ ਦੇਵੇ, ਤੁਹਾਡੇ ਨਾਮ ਤੇ ਕਲੰਕ ਲਾਵੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਬਦਨਾਮ ਕਰੇ। ਉਹ ਇਸ ਝਾਕ ਦੇ ਮਗਰ ਪਿਆ ਰਹਿੰਦਾ ਹੈ। लेकिन परमेश्वर कहते हैं ਪਰ ਪਰਮੇਸ਼ਰ ਆਖਦਾ ਹੈ जो जय ਜਿਹੜੇ पाएंगे ਜਿੱਤ ਜਾਣਗੇ उन्हें गुप्त मन्ना ਉਹਨਾਂ ਨੂੰ दूंगा, ਮੈਂ ਗੁਪਤ ਮੰਨਾ ਦੇਵਾਂਗਾ। उसको भोजन के लिए गुप्त मन्ना दूंगा। ਖਾਣ ਦੇ ਲਈ ਵੀ ਗੁਪਤ ਮੰਨਾ ਦੇਵਾਂਗਾ। परमेश्वर सब इंतजाम आपके लिए ਪਰਮੇਸ਼ਰ करेंगे। ਸਾਰਾ ਬੰਦੋਬਸਤ ਕਰੇਗਾ। आपका नाम मिटाएंगे ਤੁਹਾਡੇ नहीं, ਨਾਮ ਨੂੰ ਮਿਟਾਵੇਗਾ ਨਹੀਂ, आपको नया नाम लग ਤੁਹਾਨੂੰ ਨਵਾਂ जाएंगे, ਨਾਮ ਦਿੱਤਾ ਜਾਵੇਗਾ, आपको हॉनर मिल जाएंगे, ਤੁਹਾਨੂੰ ਆਦਰ ਮਿਲੇਗਾ, आपको आदर मिलेंगे। ਤੁਹਾਨੂੰ आदर मिलेगा। प्रभु आपको ऊंचा उठाने ਪਰਮੇਸ਼ਰ के ਤੁਹਾਨੂੰ दिन आ ਉੱਚਾ रहे ਚੱਕਣ हैं। ਦਾ ਦਿਨ ਆ ਰਿਹਾ ਹੈ। प्रभु आपको ऊंचा चकने के समय आ रहे हैं। ਪਰਮੇਸ਼ਰ ਤੁਹਾਨੂੰ ਉੱਚਾ ਉਠਾਵੇਗਾ ਦਾ ਵੇਲਾ ਆ ਰਿਹਾ ਹੈ। और चौथा कलीसियाएं थुआतीरा का कलीसिया के लिए वचन ਅਤੇ कहते हैं। ਥੂਆਤੀਰਾ ਦੀ ਜੋ ਵਿਸ਼ਵਾਸ ਸੰਗਤ ਦੇ ਬਾਰੇ ਵਚਨ 'ਚ ਲਿਖਿਆ ਹੋਇਆ ਹੈ। दूसरा अध्याय उसके 26वां वचन। दूजा अध्याय ਉਹਦਾ 26 वचन, जो जय पाए और मेरे कामों के अनुसार अंत तक करता रहे, मैं उसे जाति जाति के लोगों पर अधिकार दूंगा। गैर कौम पर अधिकार देंगे। ਅਤੇ ਲਿਖਿਆ ਜਾਤੀ ਜਾਤੀ ਦੇ ਲੋਕਾਂ ਦੇ ਉੱਤੇ ਮੈਂ ਉਹਨਾਂ ਨੂੰ ਇਖਤਿਆਰ जो ਦੇਵਾਂਗਾ। जय पाएंगे ਜਿਹੜੇ ਜਿੱਤ ਜਾਣਗੇ गैर कौम पर अधिकार ਤੇ ਜਾਤੀ देंगे। ਜਾਤੀ ਦੇ ਲੋਕਾਂ ਉੱਤੇ ਉਹਨਾਂ ਨੂੰ ਅਧਿਕਾਰ ਮਿਲੇਗਾ। जाति जाति के लोगों पर अधिकार ਕੌਮਾਂ देंगे। ਕੌਮਾਂ ਦੇ ਉੱਤੇ ਅਧਿਕਾਰ ਮਿਲੇਗਾ। यीशु के पास शिष्य लोग आकर यीशु से कहा, ਯीशु ਦੇ ਸ਼ਾਗਿਰਦਾਂ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, प्रभु हम सब कुछ छोड़ के तेरे पीछे आए, ਪਰਮੇਸ਼ਰ ਅਸੀਂ ਸਭ ਕੁਝ ਛੱਡ ਕੇ ਤੇਰੇ ਮਗਰ ਚੱਲੇ ਆ, आखिर में हमें क्या मिलेंगे? ਅਖੀਰ 'ਚ ਸਾਨੂੰ ਕੀ ਮਿਲੇਗਾ? यीशु ने कहा, ਯीशु ने आख्या, तुम मेरे साथ स्वर्ग में बैठकर इस्राएल की 12 गोत्र को न्याय करेंगे। ਅਤੇ ਤੁਸੀਂ ਮੇਰੇ ਨਾਲ ਸਵਰਗ ਦੇ ਵਿੱਚ ਬੈਠ ਕੇ ਇਜ਼ਰਾਈਲ ਦੇ 12 ਗੋਤਰਾਂ ਦਾ ਤੁਸੀਂ ਨਿਆਂ ਕਰੋਗੇ। न्याय करना अधिकार को दिखाते हैं। ਅਤੇ ਜਿਹੜਾ ਨਿਆਂ ਕਰਨਾ ਉਹ ਇੱਕ ਇਖਤਿਆਰ ਨੂੰ ਦਿਖਾਉਂਦਾ ਹੈ।
प्रभु ने आपको अथॉरिटी दी है। परमेश्वर ने ਤੁਹਾਨੂੰ ਅਧਿਕਾਰ ਦਿੱਤਾ क्या ਹੈ। क्या अथॉरिटी दी है? ਕੀ ਅਧਿਕਾਰ ਦਿੱਤੇ ਨੇ? यीशु कहते हैं ਯੀਸ਼ੂ ਆਖਦਾ ਹੈ स्वर्ग और पृथ्वी का ਸਵਰਗ ਤੇ ਧਰਤੀ ਦਾ सब अधिकार ਸਾਰਾ ਅਧਿਕਾਰ यीशु के पास है। ਯੀਸ਼ੂ ਦੇ ਕੋਲ ਹੈ। इसलिए तुम जाओ, ਇਸ ਕਰਕੇ ਤੁਸੀਂ ਜਾਓ, दुष्ट आत्मा को निकालो, ਬਦਰੂਹਾਂ ਨੂੰ ਕੱਢੋ, बीमार को चंगा करो, ਰੋਗੀਆਂ ਨੂੰ ਸ਼ਿਫਾ ਦਿਓ, जो विश्वास करते ਜਿਹੜੇ ਭਰੋਸਾ ਰੱਖਦੇ उन्हें शिष्य ਉਹਨਾਂ बनाओ, ਨੂੰ ਸ਼ਾਗਿਰਦ ਬਣਾਓ, उन्हें चेला बनाओ। ਉਹਨਾਂ ਨੂੰ ਸ਼ਾਗਿਰਦ ਬਣਾਓ। ये अधिकार ਇਸ ਇਖਤਿਆਰ यीशु ने हमें दे रखा है। ਯੀਸ਼ੂ ਨੇ ਸਾਨੂੰ ਦੇ ਰੱਖਿਆ ਹੈ। यहाँ पे लिखा है छादी की लोगों पर अधिकार दूंगा। ਅਤੇ ਇੱਥੇ ਲਿਖਿਆ ਕੌਮਾਂ ਦੇ ਉੱਤੇ ਮੈਂ ਤੁਹਾਨੂੰ ਇਖਤਿਆਰ ਦੇਵਾਂਗਾ। पांचवा कलीसिया हम देखे, ਪੰਜਵੀਂ ਸੰਗਤ ਬਾਰੇ ਦੇਖਾਂਗੇ। तीसरा अध्याय, ਤੀਜਾ ਅਧਿਆय उसकी 5वां वचन, ਉਹਦੇ 5 वचन ਚ ਲਿਖਿਆ ਹੈ। सरदीस की कलीसिया के लिए वचन कहते हैं, सरदीस ਦੀ ਸੰਗਤ ਬਾਰੇ वचन ਇਦਾਂ ਲਿਖਿਆ ਹੈ, जो जाए पाए उसे इस प्रकार सफेद वस्त्र पहनाया जाएगा कि उसका नाम जीवन की पुस्तक में से कभी किसी रीति से ना काटूंगा। जो छे पाए उन्हें सफेद वस्त्र पहनने ਅਤੇ दूंगा ਜਿਹੜੇ ਜਿੱਤ ਜਾਣਗੇ ਉਹਨਾਂ ਨੂੰ ਸਫੇਦ ਲਿਬਾਸ ਪਵਾਏ ਜਾਣਗੇ और उसकी नाम ਅਤੇ ਉਹਦਾ ਨਾਮ जीवन की किताब और पुस्तक से नहीं हटाएंगे। ਜ਼ਿੰਦਗੀ ਦੀ ਪੁਸਤਕ ਜਾਂ ਕਿਤਾਬ ਦੇ ਵਿੱਚੋਂ ਕਦੇ ਨਾ ਕੱਟਿਆ ਜਾਵੇਗਾ। उसका नाम ਉਹਦਾ ਨਾਮ स्वर्गदूतों के बीच में ਫਰਿਸ਼ਤਿਆਂ ਦੇ ਸਾਹਮਣੇ बताया जाएगा। ਉੱਚਾ ਕੀਤਾ ਜਾਵੇਗਾ, ਦੱਸਿਆ ਜਾਵੇਗਾ। सफेद वस्त्र जीवन की पवित्रताई को दिखाते हैं ਅਤੇ ਜਿਹੜੇ ਸਫੇਦ ਲਿਬਾਸ ਨੇ ਉਹ ਜ਼ਿੰਦਗੀ ਦੀ ਪਵਿੱਤਰ ਜ਼ਿੰਦਗੀ ਨੂੰ ਦਿਖਾਉਂਦੇ ਨੇ। और जो पवित्र जिंदगी बिताते हैं ਜਿਹੜੇ ਪਾਕ ਜ਼ਿੰਦਗੀ ਗੁਜ਼ਾਰਦੇ ਨੇ उसका नाम जीवन की किताब में होंगे। ਉਹਦਾ ਨਾਮ ਜ਼ਿੰਦਗੀ ਦੀ ਪੁਸਤਕ 'ਚ ਲਿਖਿਆ ਹੋਏਗਾ। यदि कोई गलती भी हो गई, ਜੇਕਰ ਕੋਈ ਗਲਤੀ ਹੋ ਵੀ ਗਈ, बाइबल कहते हैं ਬਾਣੀ 'ਚ ਲਿਖਿਆ ਹੈ यीशु की लहू ਯੀਸ਼ੂ ਦਾ ਲਹੂ तुम्हें सब पापों से ਤੁਹਾਡੇ शुद्ध ਸਾਰੇ करते ਪਾਪਾਂ हैं। ਤੋਂ ਤੁਹਾਨੂੰ ਮਾਫ ਕਰ ये ਦਿੰਦਾ। हम गलती करते रहे, ਇੰਨੀ ਅਸੀਂ ਗਲਤੀ ਕਰਦੇ ਰਹੀਏ। यीशु की लहू से हम शुद्ध होते रहे। ਯੀਸ਼ੂ ਦੇ ਲਹੂ ਨਾਲ ਵਾਰ-ਵਾਰ ਸ਼ੁੱਧ ਹੁੰਦੇ ਰਹੀਏ। यदि गलती हो भी ਜੇ गई, ਗਲਤੀ ਕੋਈ ਹੋ ਵੀ ਗਈ, यीशु तैयार है अपनी लहू से हमें धोने के लिए। ਯੀਸ਼ੂ ਤਿਆਰ ਹੈ ਤੁਹਾਡੀ ਗਲਤੀਆਂ ਨੂੰ ਆਪਣੇ ਲਹੂ ਨਾਲ जो ਧੋਣ प्रभु के ਵਾਸਤੇ। लिए अर्पण करते हैं, ਜਿਹੜੇ ਪ੍ਰਭੂ ਲਈ ਅਰਪਣ जो ਕਰਦੇ प्रभु के ਨੇ, लिए समर्पण करते ਜੋ हैं, ਪ੍ਰਭੂ ਲਈ ਅਰਪਣ ਕਰਦੇ जो ਨੇ, प्रभु की उपस्थिति में तौबा करते ਜਿਹੜੇ ਪ੍ਰਭੂ हैं, ਦੀ ਹਜ਼ੂਰੀ ਤੌਬਾ ਕਰਦੇ जो ਨੇ, प्रभु की उपस्थिति में जो अर्पण की है, ਜਿਹੜੇ ਪਰਮੇਸ਼ਰ ਦੀ ਹਜ਼ੂਰੀ 'ਚ ਅਰਪਣ ਕਰ प्रभु के ਗਏ, लिए अर्पण की है, ਪਰਮੇਸ਼ਰ ਲਈ ਅਰਪਣ ਕੀਤੇ, प्रभु उसको पाप को धोने तैयार है। ਪਰਮੇਸ਼ਰ ਨੇ ਪਾਪ ਮਾਫ ਕਰ ਲਿਆ। बाइबल कहते हैं ਬਾਣੀ 'ਚ ਲਿਖਿਆ ਹੈ उसके पुत्र ਉਹਦੇ ਪੁੱਤਰ यीशु मसीह की ਯੀਸ਼ੂ ਮਸੀਹ ਦਾ लहू ਲਹੂ हमें सब पापों से ਸਾਨੂੰ शुद्ध ਸਾਰੇ करते ਪਾਪਾਂ हैं। ਤੋਂ ਸਾਫ਼ ਕਰਦਾ ਹੈ। उसका नाम जीवन की किताब में लिखा जाएगा, ਉਹਦਾ ਨਾਮ ਜ਼ਿੰਦਗੀ ਦੀ ਪੁਸਤਕ 'ਚ ਲਿਖਿਆ ਜਾਵੇਗਾ नहीं मिटाएंगे। ਅਤੇ ਕਦੇ ਮਿਟਾਇਆ ਨਾ ਜਾਵੇਗਾ। आगे हम देखते हैं तीसरा अध्याय उसकी 11वां वचन, ਅਤੇ ਤੀਸਰਾ ਅਧਿਆਇ ਉਹਦਾ 12ਵਾਂ वचन, फिलाडेल्फिया की कलीसिया, फिलदिल्फिया ਦੀ विश्वास संगत, जो जय पाए उसे मैं अपने परमेश्वर के मंदिर में एक खंबा बनाऊंगा और वह फिर कभी बाहर ना निकलेगा, और मैं अपने परमेश्वर का नाम और परमेश्वर के नगर अर्थात नई यरूशलेम का नाम जो मेरे परमेश्वर के पास से स्वर्ग पर उतरने वाला है और एक नया नाम उस पर लिखूंगा। आमीन। जो छह पाए, परमेश्वर कहते हैं मैं परमेश्वर के भवन में खंबा बनाऊंगा। ਅਤੇ ਜਿਹੜੇ ਜਿੱਤ ਜਾਣਗੇ, ਪਰਮੇਸ਼ਰ ਦੇ ਵਚਨ ਤੇ ਲਿਖਿਆ ਪਰਮੇਸ਼ਰ ਦੇ ਉਸ ਭਵਨ ਦੇ ਵਿੱਚ ਉਹਨੂੰ ਇੱਕ ਖੰਭਾ ਬਣਾਇਆ ਜਾਵੇਗਾ। परमेश्वर को आपके प्रति योजना है, ਪਰਮੇਸ਼ਰ ਦੀ ਤੁਹਾਡੇ ਪ੍ਰਤੀ ਇੱਕ ਵਿਉਂਤ ਹੈ। आपको परमेश्वर अपनी भवन में खंबा बनाए, ਤੁਹਾਨੂੰ ਪਰਮੇਸ਼ਰ ਆਪਦੇ ਭਵਨ ਦੇ ਵਿੱਚ ਖੰਭਾ ਬਣਾਵੇਗਾ। परमेश्वर आपको स्ट्रॉन्ग करे, ਪਰਮੇਸ਼ਰ ਤੁਹਾਨੂੰ ਤਕੜਾ ਕਰੇ, परमेश्वर आपको मजबूत ਪਰਮੇਸ਼ਰ रखे, ਤੁਹਾਨੂੰ ਮਜ਼ਬੂਤ ਰੱਖੇ, परमेश्वर अपनी भवन में आपको स्ट्रॉन्ग करे, ਪਰਮੇਸ਼ਰ ਆਪਦੇ ਭਵਨ 'ਚ ਤੁਹਾਨੂੰ ਤਕੜਾ ਰੱਖੇ। परमेश्वर की उपस्थिति में, परमेश्वर की भवन में परमेश्वर आपको स्ट्रॉन्ग रखे, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਭਵਨ 'ਚ ਤੁਹਾਨੂੰ ਤਕੜਾ ਮਜ਼ਬੂਤ ਰੱਖੇ। जो छह पाए ਜਿਹੜੇ ਜਿੱਤ ਪਾਣ परमेश्वर की भवन में खंबा बनाऊंगा। ਪਰਮੇਸ਼ਰ ਦੇ ਭਵਨ 'ਚ ਖੰਭਾ ਬਣੇ ਜਾਣ। आज सचमुच यदि यह खंबा नहीं है तो प्रभु से
प्रार्थना करें, प्रभु मैं प्रभु की कलीसिया में खंबा बनना चाहते ਅਤੇ हैं। ਜੇਕਰ ਅੱਜ ਤੁਸੀਂ ਸੱਚਮੁੱਚ ਖੰਬੇ ਨਹੀਂ ਹੋ ਤਾਂ ਪਰਮੇਸ਼ਰ ਦੇ ਅੱਗੇ ਦੁਆ ਕਰੋ ਕਿ ਪਰਮੇਸ਼ਰ ਮੈਂ ਤੁਹਾਡੇ ਭਵਨ ਦੇ ਵਿੱਚ ਇੱਕ ਖੰਬੇ ਦੀ ਤਰ੍ਹਾਂ ਕੰਮ ਹੋਣਾ प्रभु की ਚਾਹੁੰਦਾ। कलीसिया को हमेशा सपोर्ट करने वाले ਪਰਮੇਸ਼ਰ ਦੀ ਸੰਗਤ ਨੂੰ ਹਮੇਸ਼ਾ ਤੁਸੀਂ ਜੋ ਸਪੋर्ट ਕਰਨ ਵਾਲੇ हो, हर बातों ਮਦਦਗਾਰ, में हाथ बढ़ाने वाले हो, ਹਰ ਗੱਲਾਂ 'ਚ ਹੱਥ ਵਧਾਉਣ ਵਾਲੇ फाइनेंशियली हाथ बढ़ाने वाले हैं, ਅਤੇ ਫਾਈਨੈਂਸ਼ੀਅਲੀ ਹੱਥ शरीर ਵਧਾਉਣ से ਵਾਲੇ, हाथ बढ़ाने वाले हो, ਸਰੀਰਕ ਰੀਤੀ ਦਾ ਹੱਥ ਵਧਾਉਣ ਵਾਲੇ, प्रार्थना के साथ हाथ बढ़ाने ਦੁਆ वाले हो। ਕਰਨ ਵਾਲੇ। परमेश्वर आज आपसे चाहते हैं कि आप प्रभु की भवन में खंबा बने ਤੇ रहे। ਪਰਮੇਸ਼ਰ ਅੱਜ ਤੁਹਾਡੇ ਤੋਂ ਚਾਹੁੰਦਾ ਹੈ ਕਿ ਤੁਸੀਂ ਪਰਮੇਸ਼ਰ ਦੀ ਹਜ਼ੂਰੀ 'ਚ ਖੰਬਾ ਬਣ ਜਾਵੋ। वचन कहते हैं ਬਾਣੀ 'ਚ ਲਿਖਿਆ ਹੈ जो जय पाए ਜਿਹੜੇ ਜਿੱਤ ਪਾਣ परमेश्वर की भवन में खंबा बनाऊंगा। ਪਰਮੇਸ਼ਰ ਦੇ ਭਵਨ 'ਚ ਇੱਕ ਖੰਬੇ ਦੀ ਤਰ੍ਹਾਂ ਹੋਣਗੇ। लास्ट लवोदिकिया की कलीसिया तो है, लौदीकिया दी संगत बारे उसकी 7वां वचन 21वां वचन हम पढ़ेंगे। जो जय पाए हाँ, मैं उसे अपने साथ अपने सिंहासन पर बिठाऊंगा, जैसे मैं भी जय पाकर अपने पिता के साथ उसके सिंहासन पर बैठ गया। आमीन। यीशु कहते हैं मैं तुझे अपने सिंहासन पर परमेश्वर के साथ बैठाऊंगा। ਅਤੇ ਵਚਨ ਦੇ ਵਿੱਚ ਲਿਖਿਆ ਯੀਸ਼ੂ ਨੇ ਆਖਿਆ ਕਿ ਮੈਂ ਜਿਹੜਾ ਜਿੱਤ ਜਾਵੇਗਾ ਉਸ ਨੂੰ ਮੈਂ ਆਪਣੇ ਸਿंहासन ਦੇ ਉੱਤੇ ਬਿਠਾਵਾਂਗਾ। जो दौड़ में जीत जाते हैं, ਜਿਹੜੇ ਦੌੜ ਦੇ ਵਿੱਚ ਜਿੱਤ ਜਾਂਦੇ ਨੇ, विश्वास की दौड़ में जीतते ਵਿਸ਼ਵਾਸ ਦੀ हैं, ਜ਼ਿੰਦਗੀ 'ਚ ਜਿੱਤਦੇ ਨੇ, परमेश्वर की भवन की सिंहासन पर बैठाऊंगा। ਪਰਮੇਸ਼ਰ ਦੇ ਭਵਨ ਦੇ ਸਿंहासन ਤੇ ਬਿਠਾਇਆ ਜਾਵੇਗਾ। जैसे यीशु ने भी जय पाए। ਜਿਵੇਂ ਯੀਸ਼ੂ ਵੀ ਜਿੱਤ ਗਏ। यीशु पर यीशु कैसे जीत पाए? ਯੀਸ਼ੂ ਨੇ ਕਿਵੇਂ ਜਿੱਤ ਪਾਈ? यीशु के ऊपर जो नाम लोगों ने लगाए कभी भी आपके ऊपर नहीं लगाया होगा। ਤੇ ਜਿਹੜਾ ਯੀਸ਼ੂ ਦੇ ਉੱਤੇ ਦੋਸ਼ ਲੋਕਾਂ ਨੇ ਲਾਏ ਸੀ ਉਹ ਤੁਹਾਡੇ ਤੇ ਵੀ ਕਦੇ ਨਹੀਂ ਲੱਗੇ ਹੋਣੇ। कितनी दोष यीशु पर लगाए, ਕਿੰਨੇ ਇਲਜ਼ਾਮ ਯੀਸ਼ੂ ਤੇ ਲਾਏ ਗਏ, लेकिन यीशु के अंदर पाप नहीं ਪਰ थे। ਯੀਸ਼ੂ 'ਚ ਕੋਈ ਗਲਤੀ ਨਹੀਂ ਸੀ। यीशु मैं निर्दोष हूं स्थापना करने नहीं गया। ਅਤੇ ਯੀਸ਼ੂ ਨੇ ਇਹ ਵੀ ਸਫਾਈ ਨਹੀਂ ਦਿੱਤੀ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਂ ਦੇਖੋ ਨਿਰਦੋਸ਼ ਹਾਂ। वक्त बताए यीशु निर्दोष है। ਅਤੇ ਵੇਲੇ ਨੇ ਸਾਬਿਤ ਕੀਤਾ ਕਿ ਯੀਸ਼ੂ ਨਿਰਦੋਸ਼ ਹੈ। यीशु मारा गए ਯੀਸ਼ੂ ਮਾਰ ਗਏ दो चोरों को बीच में, ਦੋ ਚੋਰਾਂ ਦੇ ਵਿਚਕਾਰ, महाचोर के ਇੱਕ रूप में ਮਹਾਨ ਇੱਕ ਅਪਰਾਧੀ ਦੇ ਰੂਪ 'ਚ सारे दोष लगाए। ਸਾਰੇ ਦੋਸ਼ ਲਾਏ ਗਏ। उसकी दाढ़ी नोचे, ਉਹਦੀ ਦਾੜੀ ਪੁੱਟੀ ਗਈ, उसको मुक्का ਉਹਨੂੰ मारे, ਮੁੱਕੇ ਮਾਰੇ ਗਏ, उसके चेहरे पर थूका है, ਉਹਦੇ ਮੂੰਹ ਤੇ ਥੁੱਕਿਆ ਗਿਆ, उसको नंगा किया गया, ਉਹਦੇ ਕੱਪੜੇ ਲਾ ਦਿੱਤੇ ਗਏ अपमान किया है, ਅਤੇ ਉਸਨੇ ਜੋ ਬੇਇੱਜ਼ਤੀ ਕੀਤੀ ਗਈ, खट्टों के मुकुट लगाए, ਕੰਡਿਆਂ ਦਾ ਤਾਜ ਰੱਖਿਆ ਗਿਆ उसको नंगा करके खोड़े मारे, ਅਤੇ ਉਹਦੇ ਲੀੜੇ ਲਾ ਕੇ ਉਹਨੂੰ ਚੰਗੀ ਤਰ੍ਹਾਂ ਕੁੱਟਿਆ ਗਿਆ। क्रूस पर अपमानों के मारा गए। ਸਲੀਬ ਦੇ ਉੱਤੇ ਬੜਾ ਬੇਇੱਜ਼ਤ ਕਰਕੇ ਉਹਨੂੰ ਜੋ ਮਾਰਿਆ ਗਿਆ। बाइबल कहते हैं ਬਾਣੀ 'ਚ ਲਿਖਿਆ ਹੈ यीशु के नाम ਯੀਸ਼ੂ ਦਾ ਨਾਮ सब नामों में श्रेष्ठ किया। ਸਾਰੇ ਨਾਮਾਂ 'ਚ ਉੱਚਾ ਕੀਤਾ ਗਿਆ। हालेलुया, बोले जरा हालेलुया। क्रूस की मौत तक पिता की आज्ञाकारी बने ਸਲੀਬ रहे। ਦੀ ਮੌਤ ਤੱਕ ਬਾਪ ਦਾ ਆਗਿਆਕਾਰੀ ਬਣਿਆ ਰਿਹਾ। एफेसियों को पत्री में लिखा है ਅਫਸੀਆਂ ਦੇ ਖਤ 'ਚ ਲਿਖਿਆ ਹੈ क्रूस की मौत तक पिता की आज्ञाकारी बने रहे। ਅਤੇ ਸਲੀਬ ਦੀ ਮੌਤ ਤੱਕ ਬਾਪ ਦਾ ਆਗਿਆਕਾਰੀ ਬਣਿਆ ਰਿਹਾ। इसलिए पिता ने हर एक नामों में श्रेष्ठ नाम किए। ਇਸ ਕਰਕੇ ਬਾਪ ਨੇ ਸਾਰੇ ਨਾਮਾਂ ਵਿੱਚ ਉੱਚਾ ਇੱਕ ਨਾਮ ਉਹਦਾ ਬਣਾਇਆ। वचन कहते हैं हर घुटना टेकेगा, ਅਤੇ ਬਾਣੀ 'ਚ ਲਿਖਿਆ ਹਰ ਗੋਡਾ ਨਿਭਾਇਆ हर ਜਾਏਗਾ, जवान कहेगा हर एक जुबान को भूलेगी यीशु ही है परमेश्वर। यीशु ही है परमेश्वर। हालेलुया। वचन कहते हैं बाणी 'ਚ लिखा है जैसे यीशु कहते हैं मैं जय पाए, यीशु ने कहा जिमें मैं जित पाई तुम भी जीत पाओगे। ਤੁਸੀਂ ਵੀ ਜਿੱਤ ਜਾਓਗੇ। मेरे पिता के साथ ਮੇਰੇ ਬਾਪ ਦੇ ਨਾਲ तुम भी ਤੁਸੀਂ ਵੀ सिंहासन पर बैठेंगे। ਅਤੇ ਉਸ ਸਿंहासन ਤੇ ਬੈਠੋਗੇ। यीशु कहते हैं यीशु ने आख्या
वो मेरे साथ भोजन करेंगे, ਅਤੇ ਉਹ ਮੇਰੇ ਨਾਲ ਭੋਜਨ ਛਕਣਗੇ, यीशु के साथ संगति करेंगे, ਯੀਸ਼ੂ ਨਾਲ ਸੰਗਤੀ ਕਰਨਗੇ, यीशु की फेलोशिप में ਯੀशੂ रहेंगे, ਦੀ ਸੰਗਤੀ 'ਚ ਰਹੀਏ, यीशु की संगति में रहेंगे। ਯੀਸ਼ੂ ਦੀ ਸੰਗਤੀ 'ਚ ਰਹਿਣਗੇ। आज परमेश्वर ने आपको मौका दिया ਅੱਜ है, ਪਰਮੇਸ਼ਰ ਨੇ ਤੁਹਾਨੂੰ ਮੌਕਾ ਬਖਸ਼ਿਆ, परमेश्वर की संगति में ਉਹਦੀ रहे, ਸੰਗਤੀ 'ਚ ਰਹੋ, प्रभु के चरणों में रहे, ਉਹਦੇ ਚਰਨਾਂ 'ਚ ਰਹੋ, परमेश्वर की संग रहे, ਪਰਮੇਸ਼ਰ ਦੇ ਨਾਲ ਰਹੋ, परमेश्वर के साथ ਪਰਮੇਸ਼ਰ रहे। ਦੇ ਨਾਲ ਰਹੋ। इस दौड़ में ਇਸ ਦੌੜ 'ਚ कितने लोग जीतना चाहते ਕਿੰਨੇ हैं? ਜਣੇ ਜਿੱਤਣਾ ਚਾਹੁੰਦੇ ਨੇ? इस दौड़ में, ਇਸ ਦੌੜ 'ਚ, विश्वास की दौड़ में ਵਿਸ਼ਵਾਸ ਦੀ ਦੌੜ 'ਚ कितने लोग दौड़ना चाहते ਕਿੰਨੇ हैं? ਜਣੇ ਭੱਜਣਾ ਚਾਹੁੰਦੇ ਨੇ? यदि हमसे कोई गलती हो ਜੇ ਸਾਡੇ गई, ਤੋਂ ਕੋਈ ਗਲਤੀ ਹੋਈ, इसी समय ਇਸੇ ਵੇਲੇ माफी मांगे। ਮਾਫੀ ਮੰਗੀ। मैं पहले मांगना चाहता हूँ, ਮੈਂ ਪਹਿਲੇ ਮੰਗਣਾ ਚਾਹੁੰਦਾ ਹਾਂ, प्रभु से प्रार्थना करें, ਪਰਮੇਸ਼ਰ ਅੱਗੇ ਦੁਆ ਕਰੀਏ। प्रभु ਪਰਮੇਸ਼ਰ इस दौड़ में ਇਸ ਦੌੜ 'ਚ मेरी गलती हो गई, ਮੇਰੇ ਤੋਂ ਗਲਤੀਆਂ ਹੋਈਆਂ, मैं क्षमा मांगते ਮੈਂ हैं। ਮਾਫੀ ਮੰਗਦਾ ਹਾਂ। इस दौड़ में मैं ਇਸ जीतना ਦੌੜ है, 'ਚ ਮੈਂ ਜਿੱਤਣਾ ਹੈ। आप भी प्रार्थना करें। ਤੁਸੀਂ ਵੀ ਇਹ ਦੁਆ ਕਰੋ। प्रभु यीशु, ਪ੍ਰਭੂ ਯੀਸ਼ੂ, इस दौड़ ਇਸ में ਦੌੜ 'ਚ मेरे से गलती हो गया ਮੇਰੇ ਤੋਂ तो ਗਲਤੀ ਹੋਈ ਆ ਤਾਂ प्रभु क्षमा करे। परमेश्वर माफ मैं करो। दौड़ना चाहता हूँ, मैं और दौड़ना इनाम चाहता हूँ। पाना चाहता मैं हूँ, पुरस्कार पाना चाहता इनाम हूँ। पाना चाहते मैं हैं। जित के पुरस्कार पाना दौड़ने चाहता वाले हूँ। बहुत भजन ज्यादा वाले हैं। बहुत ज्यादा ने, दौड़ने वाला बहुत भजन ज्यादा वाले है। बहुत ज्यादा ने, इनाम पाने वाला एक पुरस्कार पाने है, वाला एक है। वो एक आप हो, वो एक तुसी बन जाओ, वो एक आप हो, वो एक तुसी बन जाओ, इनाम पाने वाले आप इनाम हो। पाने वाले तुसी हो। खुशी के साथ हम परमेश्वर को आराधना करने जा खुशी रहे ने हैं। परमेश्वर की आराधना करते आइए हम हैं। सब अपने स्थान पर खड़े हो जाएं। और सब अपनी थां से खड़े हो दूंगा और उसे एक सफेद पत्थर भी दूंगा, उस पत्थर पर एक नाम लिखा हुआ होगा जिसे उसके पाने वाले के सिवाय और कोई ना जानेगा। जो जय पाए उन्हें गुप्त मन्ना दूंगा। ਅਤੇ ਜਿਹੜੇ ਜਿੱਤ ਜਾਣਗੇ ਪਰਮੇਸ਼ਰ ਕਹਿੰਦਾ ਉਹਨਾਂ ਨੂੰ ਮੈਂ ਇੱਕ ਗੁਪਤ ਮੰਨਾ ਦੇਵਾਂਗਾ। उसको सफेद पत्थर मिलेंगे, ਅਤੇ ਇੱਕ ਸਫੇਦ ਪੱਥਰ ਉਹਨੂੰ ਦਿੱਤਾ ਜਾਵੇਗਾ। उस पत्थर पर एक नया नाम लिखे उसको मिलेंगे। ਅਤੇ ਉਸ ਪੱਥਰ ਦੇ ਉੱਤੇ ਇੱਕ ਨਵਾਂ ਇੱਕ ਨਾਮ ਲਿਖਿਆ ਹੋਇਆ ਉਸ ਨੂੰ ਮਿਲੇਗਾ। जो जय पाएंगे। ਪਰ ਜਿਹੜੇ ਜਿੱਤ ਜਾਣਗੇ, परमेश्वर आपका नाम ऊंचा उठाना चाहते हैं, ਪਰਮੇਸ਼ਰ ਤੁਹਾਡੇ ਨਾਮ ਨੂੰ ਉੱਚਾ ਚੱਕਣਾ ਚਾਹੁੰਦਾ ਹੈ। लेकिन दुष्ट अपना नाम को नीचे करना चाहते हैं। ਪਰ ਸ਼ੈਤਾਨ ਸਾਡੇ ਨਾਮ ਨੂੰ ਨੀਚੇ ਕਰਨਾ ਚਾਹੁੰਦਾ ਹੈ। दुष्ट हमेशा कोशिश में आपका नाम मिटा दे, कदम करे, नीचे करे, बदनाम करे, दोष लगाएं। दुष्ट इस कोशिश में है। ਅਤੇ ਸ਼ੈਤਾਨ ਹਮੇਸ਼ਾ ਇਸ ਗੱਲ ਦੇ ਮਗਰ ਪਿਆ ਰਹਿੰਦਾ ਕਿ ਕਿਸੇ ਵੀ ਤਰੀਕੇ ਨਾਲ ਤੁਹਾਡੇ ਨਾਮ ਨੂੰ ਖਤਮ ਕਰੇ, ਤੁਹਾਨੂੰ ਨੀਵਾਂ ਕਰੇ, ਤੁਹਾਡੇ ਨਾਮ ਨੂੰ ਮਿਟਾ ਦੇਵੇ, ਤੁਹਾਡੇ ਨਾਮ ਤੇ ਕਲੰਕ ਲਾਵੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਬਦਨਾਮ ਕਰੇ। ਉਹ ਇਸ ਝਾਕ ਦੇ ਮਗਰ ਪਿਆ ਰਹਿੰਦਾ ਹੈ। लेकिन परमेश्वर कहते हैं ਪਰ ਪਰਮੇਸ਼ਰ ਆਖਦਾ ਹੈ जो जय ਜਿਹੜੇ पाएंगे ਜਿੱਤ ਜਾਣਗੇ उन्हें गुप्त मन्ना ਉਹਨਾਂ ਨੂੰ ਮੈਂ दूंगा। ਗੁਪਤ ਮੰਨਾ ਦੇਵਾਂਗਾ। उसको भोजन के लिए गुप्त मन्ना दूंगा। ਖਾਣ ਦੇ ਲਈ ਵੀ ਗੁਪਤ ਮੰਨਾ ਦੇਵਾਂਗਾ। परमेश्वर सब इंतजाम आपके लिए ਪਰਮੇਸ਼ਰ करेंगे। ਸਾਰਾ ਬੰਦੋਬਸਤ ਕਰੇਗਾ। आपका नाम मिटाएंगे ਤੁਹਾਡੇ नहीं, ਨਾਮ ਨੂੰ ਮਿਟਾਵੇਗਾ ਨਹੀਂ, आपको नया नाम लग ਤੁਹਾਨੂੰ ਨਵਾਂ जाएंगे, ਨਾਮ ਦਿੱਤਾ ਜਾਵੇਗਾ, आपको हॉनर मिल जाएंगे, ਤੁਹਾਨੂੰ ਆਦਰ ਮਿਲੇਗਾ, आपको आदर मिलेंगे। ਤੁਹਾਨੂੰ ਆਦਰ ਮਿਲੇਗਾ। प्रभु आपको ऊंचा उठाने ਪਰਮੇਸ਼ਰ के ਤੁਹਾਨੂੰ दिन आ ਉੱਚਾ रहे ਚੱਕਣ हैं। ਦਾ ਦਿਨ ਆ ਰਿਹਾ ਹੈ। प्रभु आपको ऊंचा छकने के समय आ रहे हैं। ਪਰਮੇਸ਼ਰ ਤੁਹਾਨੂੰ ਉੱਚਾ ਉਠਾਵੇਗਾ ਤਾਂ ਵੇਲਾ ਆ ਰਿਹਾ ਹੈ। और चौथा कलीसिया है थुआतीरा का कलीसिया के लिए वचन कहते ਅਤੇ हैं। ਥੂਆਤੀਰਾ ਦੀ ਜੋ ਵਿਸ਼ਵਾਸ ਸੰਗਤ ਦੇ ਬਾਰੇ ਵਚਨ 'ਚ ਲਿਖਿਆ ਹੋਇਆ ਹੈ। दूसरा अध्याय उसके 26वां वचन। दूजा अध्याय ਉਹਦਾ 26 वचन, जो जय पाए और मेरे कामों के अनुसार अंत तक करता रहे, मैं उसे जाति जाति के लोगों पर अधिकार दूंगा। गैर कौम पर अधिकार देंगे। ਅਤੇ ਲਿਖਿਆ ਜਾਤੀ ਜਾਤੀ ਦੇ ਲੋਕਾਂ ਦੇ ਉੱਤੇ ਮੈਂ ਉਹਨਾਂ ਨੂੰ ਇਖਤਿਆਰ जो ਦੇਵਾਂਗਾ। जय पाएंगे ਜਿਹੜੇ ਜਿੱਤ ਜਾਣਗੇ गैर कौम पर अधिकार ਤੇ ਜਾਤੀ देंगे। ਜਾਤੀ ਦੇ ਲੋਕਾਂ ਉੱਤੇ ਉਹਨਾਂ ਨੂੰ ਅਧਿਕਾਰ ਮਿਲੇਗਾ। जाति जाति के लोगों पर अधिकार ਕੌਮਾਂ देंगे। ਕੌਮਾਂ ਦੇ ਉੱਤੇ ਅਧਿਕਾਰ ਮਿਲੇਗਾ। यीशु के पास शिष्य लोग आकर यीशु से कहा, ਯੀਸ਼ੂ ਦੇ ਸ਼ਾਗਿਰਦਾਂ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, प्रभु हम सब कुछ छोड़ के तेरे पीछे आए, ਪਰਮੇਸ਼ਰ ਅਸੀਂ ਸਭ ਕੁਝ ਛੱਡ ਕੇ ਤੇਰੇ ਮਗਰ ਚੱਲੇ ਆ, आखिर में हमें क्या मिलेंगे? ਅਖੀਰ 'ਚ ਸਾਨੂੰ ਕੀ ਮਿਲੇਗਾ? यीशु ने कहा, ਯੀਸ਼ੂ ਨੇ ਆਖਿਆ, तुम मेरे साथ स्वर्ग में बैठकर इस्राएल की 12 गोत्र को न्याय करेंगे। ਅਤੇ ਤੁਸੀਂ ਮੇਰੇ ਨਾਲ ਸਵਰਗ ਦੇ ਵਿੱਚ ਬੈਠ ਕੇ ਇਜ਼ਰਾਈਲ ਦੇ 12 ਗੋਤਰਾਂ ਦਾ ਤੁਸੀਂ ਨਿਆਂ ਕਰੋਗੇ। न्याय करना अधिकार को दिखाते हैं। ਅਤੇ ਜਿਹੜਾ ਨਿਆਂ ਕਰਨਾ ਉਹ ਇੱਕ ਇਖਤਿਆਰ ਨੂੰ ਦਿਖਾਉਂਦਾ ਏ।
प्रभु ने आपको अथॉरिटी दी है। परमेश्वर ने ਤੁਹਾਨੂੰ ਅਧਿਕਾਰ ਦਿੱਤਾ क्या ਹੈ। क्या अथॉरिटी दी है? ਕੀ ਅਧਿਕਾਰ ਦਿੱਤੇ ਨੇ? यीशु कहते हैं ਯੀਸ਼ੂ ਆਖਦਾ ਹੈ स्वर्ग और पृथ्वी का ਸਵਰਗ ਤੇ ਧਰਤੀ ਦਾ सब अधिकार ਸਾਰਾ ਅਧਿਕਾਰ यीशु के पास है। ਯੀਸ਼ੂ ਦੇ ਕੋਲ ਹੈ। इसलिए तुम जाओ, ਇਸ ਕਰਕੇ ਤੁਸੀਂ ਜਾਓ, दुष्ट आत्मा को निकालो, ਬਦਰੂਹਾਂ ਨੂੰ ਕੱਢੋ, बीमार को चंगा करो, ਰੋਗੀਆਂ ਨੂੰ ਸ਼ਿਫਾ ਦਿਓ, जो विश्वास करते ਜਿਹੜੇ ਭਰੋਸਾ ਰੱਖਦੇ उन्हें शिष्य ਉਹਨਾਂ बनाओ, ਨੂੰ ਸ਼ਾਗਿਰਦ ਬਣਾਓ, उन्हें चेला बनाओ। ਉਹਨਾਂ ਨੂੰ ਸ਼ਾਗਿਰਦ ਬਣਾਓ। ये अधिकार ਇਸ ਇਖਤਿਆਰ यीशु ने हमें दे रखा है। ਯੀਸ਼ੂ ਨੇ ਸਾਨੂੰ ਦੇ ਰੱਖਿਆ ਹੈ। यहाँ पे लिखा है छादी की लोगों पर अधिकार दूंगा। ਅਤੇ ਇੱਥੇ ਲਿਖਿਆ ਕੌਮਾਂ ਕੌਮਾਂ ਦੇ ਉੱਤੇ ਮੈਂ ਤੁਹਾਨੂੰ ਇਖਤਿਆਰ ਦੇਵਾਂਗਾ। पांचवा कलीसिया हम देखे, ਪੰਜਵੀਂ ਸੰਗਤ ਬਾਰੇ ਦੇਖਾਂਗੇ। तीसरा अध्याय, ਤੀਜਾ ਅਧਿਆय उसकी पांचवा वचन, ਉਹਦੇ 5 ਵਚਨ ਚ ਲਿਖਿਆ। सरदीस की कलीसिया के लिए वचन कहते हैं, सरदीस ਦੀ ਸੰਗਤ ਬਾਰੇ ਵਚਨ ਇਦਾਂ ਲਿਖਿਆ ਹੈ, जो जाए पाए उसे इस प्रकार सफेद वस्त्र पहनाया जाएगा कि उसका नाम जीवन की पुस्तक में से कभी किसी रीति से ना काटूंगा। जो छे पाए उन्हें सफेद वस्त्र पहनने ਅਤੇ दूंगा ਜਿਹੜੇ ਜਿੱਤ ਜਾਣਗੇ ਉਹਨਾਂ ਨੂੰ ਸਫੇਦ ਲਿਬਾਸ ਪਵਾਏ ਜਾਣਗੇ और उसकी नाम ਅਤੇ ਉਹਦਾ ਨਾਮ जीवन की किताब और पुस्तक से नहीं हटाएंगे। ਜ਼ਿੰਦਗੀ ਦੀ ਪੁਸਤਕ ਜਾਂ ਕਿਤਾਬ ਦੇ ਵਿੱਚੋਂ ਕਦੇ ਨਾ ਕੱਟਿਆ ਜਾਵੇਗਾ। उसका नाम ਉਹਦਾ ਨਾਮ स्वर्गदूतों के बीच में ਫਰਿਸ਼ਤਿਆਂ ਦੇ ਸਾਹਮਣੇ बताया जाएगा। ਉੱਚਾ ਕੀਤਾ ਜਾਵੇਗਾ, ਦੱਸਿਆ ਜਾਵੇਗਾ। सफेद वस्त्र जीवन की पवित्रताई को दिखाते हैं। ਅਤੇ ਜਿਹੜੇ ਸਫੇਦ ਲਿਬਾਸ ਨੇ ਉਹ ਜ਼ਿੰਦਗੀ ਦੀ ਪਵਿੱਤਰ ਜ਼ਿੰਦਗੀ ਨੂੰ ਦਿਖਾਉਂਦੇ ਨੇ। और जो पवित्र जिंदगी बिताते हैं ਜਿਹੜੇ ਪਾਕ ਜ਼ਿੰਦਗੀ ਗੁਜ਼ਾਰਦੇ ਨੇ उसका नाम जीवन की किताब में होंगे। ਉਹਦਾ ਨਾਮ ਜ਼ਿੰਦਗੀ ਦੀ ਪੁਸਤਕ 'ਚ ਲਿਖਿਆ ਹੋਏਗਾ। यदि कोई गलती भी हो गई, ਜੇਕਰ ਕੋਈ ਗਲਤੀ ਹੋ ਵੀ ਗਈ, बाइबल कहते हैं ਬਾਣੀ 'ਚ ਲਿਖਿਆ ਹੈ यीशु की लहू ਯੀਸ਼ੂ ਦਾ ਲਹੂ तुम्हें सब पापों से ਤੁਹਾਡੇ शुद्ध ਸਾਰੇ करते ਪਾਪਾਂ हैं। ਤੋਂ ਤੁਹਾਨੂੰ ਮਾਫ ਕਰ ये ਦਿੰਦਾ। नाम गलती करते रहे, ਇਹ ਨਹੀਂ ਅਸੀਂ ਗਲਤੀ ਕਰਦੇ ਰਹੀਏ। यीशु की लहू से हम शुद्ध होते रहे। ਯੀਸ਼ੂ ਦੇ ਲਹੂ ਨਾਲ ਵਾਰ-ਵਾਰ ਸ਼ੁੱਧ ਹੁੰਦੇ ਰਹੀਏ। यदि गलती हो भी ਜੇ गई, ਗਲਤੀ ਕੋਈ ਹੋ ਵੀ ਗਈ, यीशु तैयार है अपनी लहू से हमें धोने के लिए। ਯੀਸ਼ੂ ਤਿਆਰ ਹੈ ਤੁਹਾਡੀ ਗਲਤੀਆਂ ਨੂੰ ਆਪਣੇ ਲਹੂ ਨਾਲ जो ਧੋਣ प्रभु के ਵਾਸਤੇ। लिए अर्पण करते हैं, ਜਿਹੜੇ ਪ੍ਰਭੂ ਲਈ ਅਰਪਣ जो ਕਰਦੇ प्रभु के ਨੇ, लिए समर्पण करते ਜੋ हैं, ਪ੍ਰਭੂ ਲਈ ਅਰਪਣ ਕਰਦੇ जो ਨੇ, प्रभु की उपस्थिति में तौबा करते ਜਿਹੜੇ ਪ੍ਰਭੂ हैं, ਦੀ ਹਜ਼ੂਰੀ ਤੌਬਾ ਕਰਦੇ जो ਨੇ, प्रभु की उपस्थिति में जो अर्पण की है, ਜਿਹੜੇ ਪਰਮੇਸ਼ਰ ਦੀ ਹਜ਼ੂਰੀ 'ਚ ਅਰਪਣ ਕਰ प्रभु के ਗਏ, लिए अर्पण की है, ਪਰਮੇਸ਼ਰ ਲਈ ਅਰਪਣ ਕੀਤੇ, प्रभु उसको पाप को धोने तैयार है। ਪਰਮੇਸ਼ਰ ਨੇ ਪਾਪ ਮਾਫ ਕਰ ਲਿਆ। बाइबल कहते हैं ਬਾਣੀ 'ਚ ਲਿਖਿਆ ਹੈ उसकी पुत्र ਉਹਦੇ ਪੁੱਤਰ यीशु मसीह की ਯੀਸ਼ੂ ਮਸੀਹ ਦਾ लहू ਲਹੂ हमें सब पापों से ਸਾਨੂੰ शुद्ध ਸਾਰੇ करते ਪਾਪਾਂ हैं। ਤੋਂ ਸਾਫ਼ ਕਰਦਾ ਹੈ। उसका नाम जीवन की किताब में लिखा जाएगा, ਉਹਦਾ ਨਾਮ ਜ਼ਿੰਦਗੀ ਦੀ ਪੁਸਤਕ 'ਚ ਲਿਖਿਆ ਜਾਵੇਗਾ नहीं मिटाएंगे। ਅਤੇ ਕਦੇ ਮਿਟਾਇਆ ਨਾ ਜਾਵੇਗਾ। आगे हम देखते हैं तीसरा अध्याय उसकी 11वां वचन, ਅਤੇ ਤੀਸਰਾ ਅਧਿਆਇ ਉਹਦਾ 12ਵਾਂ ਵਚਨ। फिलाडेल्फिया की कलीसिया, फिलदिल्फिया ਦੀ विश्वास संगत, जो जय पाए उससे मैं अपने परमेश्वर के मंदिर में एक खंबा बनाऊंगा और वह फिर कभी बाहर ना निकलेगा, और मैं अपने परमेश्वर का नाम और परमेश्वर के नगर अर्थात नई यरूशलेम का नाम जो मेरे परमेश्वर के पास से स्वर्ग पर उतरने वाला है और एक नया नाम उस पर लिखूंगा। आमीन। जो छह पाए, परमेश्वर कहते हैं मैं परमेश्वर के भवन में खंबा बनाऊंगा। ਅਤੇ ਜਿਹੜੇ ਜਿੱਤ ਜਾਣਗੇ ਪਰਮੇਸ਼ਰ ਦੇ ਵਚਨ ਤੇ ਲਿਖਿਆ ਪਰਮੇਸ਼ਰ ਦੇ ਉਸ ਭਵਨ ਦੇ ਵਿੱਚ ਉਹਨੂੰ ਇੱਕ ਖੰਭਾ ਬਣਾਇਆ ਜਾਵੇਗਾ। परमेश्वर को आपके प्रति योजना है, ਪਰਮੇਸ਼ਰ ਦੀ ਤੁਹਾਡੇ ਪ੍ਰਤੀ ਇੱਕ ਵਿਉਂਤ ਹੈ। आपको परमेश्वर अपनी भवन में खंबा बनाए, ਤੁਹਾਨੂੰ ਪਰਮੇਸ਼ਰ ਆਪਦੇ ਭਵਨ ਦੇ ਵਿੱਚ ਖੰਭਾ बनावेगा। परमेश्वर आपको स्ट्रॉन्ग करे, ਪਰਮੇਸ਼ਰ ਤੁਹਾਨੂੰ ਤਕੜਾ ਕਰੇ, परमेश्वर आपको मजबूत ਪਰਮੇਸ਼ਰ रखे, ਤੁਹਾਨੂੰ ਮਜ਼ਬੂਤ ਰੱਖੇ, परमेश्वर अपनी भवन में आपको स्ट्रॉन्ग करे, ਪਰਮੇਸ਼ਰ ਆਪਦੇ ਭਵਨ 'ਚ ਤੁਹਾਨੂੰ ਤਕੜਾ ਰੱਖੇ। परमेश्वर की उपस्थिति में, परमेश्वर की भवन में परमेश्वर आपको स्ट्रॉन्ग रखे। ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਭਵਨ 'ਚ ਉਹ ਤੁਹਾਨੂੰ ਤਕੜਾ ਮਜ਼ਬੂਤ ਰੱਖੇ। जो छह पाए, ਜਿਹੜੇ ਜਿੱਤ ਪਾਣ परमेश्वर की भवन में खंबा बनाऊंगा। ਪਰਮੇਸ਼ਰ ਦੇ ਭਵਨ 'ਚ ਖੰਭਾ ਬਣੇ ਜਾਣ। आज सचमुच यदि यह खंबा नहीं है तो प्रभु से प्रार्थना करे, प्रभु मैं प्रभु के कलीसिया में
खंबा बनना चाहते ਅਤੇ हैं, ਜੇਕਰ ਅੱਜ ਤੁਸੀਂ ਸੱਚਮੁੱਚ ਖੰਬੇ ਨਹੀਂ ਹੋ ਤਾਂ ਪਰਮੇਸ਼ਰ ਦੇ ਅੱਗੇ ਦੁਆ ਕਰੋ ਕਿ ਪਰਮੇਸ਼ਰ ਮੈਂ ਤੁਹਾਡੇ ਭਵਨ ਦੇ ਵਿੱਚ ਇੱਕ ਖੰਬੇ ਦੀ ਤਰ੍ਹਾਂ ਕੰਮ प्रभु की कलीसिया को हमेशा सपोर्ट करने वाले, ਪਰਮੇਸ਼ਰ ਦੀ ਸੰਗਤ ਨੂੰ ਹਮੇਸ਼ਾ ਤੁਸੀਂ ਜੋ ਸਪੋਰਟ ਕਰਨ ਵਾਲੇ हर ਮਦਦਗਾਰ, बातों में हाथ बढ़ाने वाले, ਹਰ ਗੱਲਾਂ 'ਚ ਹੱਥ ਵਧਾਉਣ ਵਾਲੇ फाइनेंशियली हाथ बढ़ाने वाले, ਅਤੇ ਫਾਈਨੈਂਸ਼ੀਅਲੀ ਹੱਥ शरीर ਵਧਾਉਣ से ਵਾਲੇ, हाथ बढ़ाने वाले, ਸਰੀਰਕ ਰੀਤੀ ਦਾ ਹੱਥ ਵਧਾਉਣ ਵਾਲੇ, प्रार्थना के साथ हाथ बढ़ाने ਦੁਆ वाले। ਕਰਨ ਵਾਲੇ। परमेश्वर आज आपसे चाहते हैं कि आप प्रभु की भवन में खंबा बने ਤੇ रहे। ਪਰਮੇਸ਼ਰ ਅੱਜ ਤੁਹਾਡੇ ਤੋਂ ਚਾਹੁੰਦਾ ਹੈ ਕਿ ਤੁਸੀਂ ਪਰਮੇਸ਼ਰ ਦੀ ਹਜ਼ੂਰੀ 'ਚ ਖੰਬਾ ਬਣ ਜਾਵੋ। वचन कहते हैं ਬਾਣੀ 'ਚ ਲਿਖਿਆ ਹੈ जो जय पाए, ਜਿਹੜੇ ਜਿੱਤ ਪਾਣ परमेश्वर की भवन में खंबा बनाऊंगा। ਪਰਮੇਸ਼ਰ ਦੇ ਭਵਨ 'ਚ ਇੱਕ ਖੰਬੇ ਦੀ ਤਰ੍ਹਾਂ ਹੋਣਗੇ। लास्ट लवोदिकिया की कलीसिया तो है, लौदीकिया दी संगत बारे उसकी 7वां वचन 21वां वचन हम पढ़ेंगे। जो जय पाए हाँ, मैं उसे अपने साथ अपने सिंहासन पर बिठाऊंगा, जैसे मैं भी जय पाकर अपने पिता के साथ उसके सिंहासन पर बैठ गया। आमीन। यीशु कहते हैं मैं तुझे अपने सिंहासन पर परमेश्वर के साथ बैठाऊंगा। ਅਤੇ ਵਚਨ ਦੇ ਵਿੱਚ ਲਿਖਿਆ ਯੀਸ਼ੂ ਨੇ ਆਖਿਆ ਕਿ ਮੈਂ ਜਿਹੜਾ ਜਿੱਤ ਜਾਵੇਗਾ ਉਸ ਨੂੰ ਮੈਂ ਆਪਣੇ ਸਿਆਸਨ ਦੇ ਉੱਤੇ ਬਿਠਾਵਾਂਗਾ। जो दौड़ में जीत जाते हैं, ਜਿਹੜੇ ਦੌੜ ਦੇ ਵਿੱਚ ਜਿੱਤ ਜਾਂਦੇ ਨੇ, विश्वास की दौड़ में जीतते ਵਿਸ਼ਵਾਸ ਦੀ हैं, ਜ਼ਿੰਦਗੀ 'ਚ ਜਿੱਤਦੇ ਨੇ, परमेश्वर की भवन की सिंहासन पर बैठाऊंगा। ਪਰਮੇਸ਼ਰ ਦੇ ਭਵਨ ਦੇ ਸਿਆਸਨ ਤੇ ਬਿਠਾਇਆ ਜਾਵੇਗਾ। जैसे यीशु ने भी जय पाए। ਜਿਵੇਂ ਯੀਸ਼ੂ ਵੀ ਜਿੱਤ ਗਏ। यीशु कैसे जीत पाए? यीशु ने किवें जित पाई? यीशु के ऊपर जो नाम लोगों ने लगाए कभी भी आपके ऊपर नहीं लगाया होगा। ਤੇ ਜਿਹੜਾ ਯੀਸ਼ੂ ਦੇ ਉੱਤੇ ਦੋਸ਼ ਲੋਕਾਂ ਨੇ ਲਾਏ ਸੀ ਉਹ ਤੁਹਾਡੇ ਤੇ ਵੀ ਕਦੇ ਨਹੀਂ ਲੱਗੇ ਹੋਣੇ। कितनी दोष यीशु पर लगाए, किन्ने इल्जाम यीशु ते लाए गए, लेकिन यीशु के अंदर पाप नहीं पर थे। यीशु 'ਚ कोई गलती नहीं सी। यीशु मैं निर्दोष हूं स्थापना करने नहीं गया। ਅਤੇ ਯੀशु ने ਇਹ ਵੀ ਸਫਾਈ ਨਹੀਂ ਦਿੱਤੀ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਂ ਦੇਖੋ निर्दोष ਹਾਂ। वक्त बताए यीशु निर्दोष है। ਅਤੇ ਵੇਲੇ ਨੇ ਸਾਬਿਤ ਕੀਤਾ ਕਿ ਯੀशु निर्दोष ਹੈ। यीशु मारा गए, यीशु मार गए दो चोरों को बीच में, दो चोरों ਦੇ ਵਿਚਕਾਰ महाचोर के ਇੱਕ रूप में ਮਹਾਨ ਇੱਕ ਅਪਰਾਧੀ ਦੇ ਰੂਪ 'ਚ सारे दोष लगाए। ਸਾਰੇ ਦੋਸ਼ ਲਾਏ ਗਏ। उसकी दाढ़ी नोचे, ਉਹਦੀ ਦਾੜੀ ਪੁੱਟੀ ਗਈ, उसको मुक्का ਉਹਨੂੰ मारे, ਮੁੱਕੇ ਮਾਰੇ ਗਏ, उसके चेहरे पर थूका है, ਉਹਦੇ ਮੂੰਹ ਤੇ ਥੁੱਕਿਆ ਗਿਆ, उसको नंगा किया गया, ਉਹਦੇ ਕੱਪੜੇ ਲਾ ਦਿੱਤੇ ਗਏ अपमान किया है, ਅਤੇ ਉਸਨੇ ਜੋ ਬੇਇੱਜ਼ਤੀ ਕੀਤੀ ਗਈ, खट्टों की मुकुट लगाए, ਕੰਡਿਆਂ ਦਾ ਤਾਜ ਰੱਖਿਆ ਗਿਆ उसको नंगा करके खोड़े मारे, ਅਤੇ ਉਹਦੇ ਲੀੜੇ ਲਾ ਕੇ ਉਹਨੂੰ ਚੰਗੀ ਤਰ੍ਹਾਂ ਕੁੱਟਿਆ ਗਿਆ। क्रूस पर अपमानों के मारा गए। ਸਲੀਬ ਦੇ ਉੱਤੇ ਬੜਾ ਬੇਇੱਜ਼ਤ ਕਰਕੇ ਉਹਨੂੰ ਜੋ ਮਾਰਿਆ ਗਿਆ। बाइबल कहते हैं ਬਾਣੀ 'ਚ ਲਿਖਿਆ ਹੈ यीशु के नाम ਯੀਸ਼ੂ ਦਾ ਨਾਮ सब नामों में श्रेष्ठ किया। ਸਾਰੇ ਨਾਮਾਂ 'ਚ ਉੱਚਾ ਕੀਤਾ ਗਿਆ। हालेलुया, बोले जरा हालेलुया। क्रूस की मौत तक पिता की आज्ञाकारी बने ਸਲੀਬ रहे। ਦੀ ਮੌਤ ਤੱਕ ਬਾਪ ਦਾ ਆਗਿਆਕਾਰੀ ਬਣਿਆ ਰਿਹਾ। एफेसियों को पत्री में लिखा है ਅਫਸੀਆਂ ਦੇ ਖਤ 'ਚ ਲਿਖਿਆ ਹੈ क्रूस की मौत तक पिता की आज्ञाकारी बने रहे। ਅਤੇ ਸਲੀਬ ਦੀ ਮੌਤ ਤੱਕ ਬਾਪ ਦਾ ਆਗਿਆਕਾਰੀ ਬਣਿਆ ਰਿਹਾ। इसलिए पिता ने हर एक नामों में श्रेष्ठ नाम की। ਇਸ ਕਰਕੇ ਬਾਪ ਨੇ ਸਾਰੇ ਨਾਮਾਂ ਵਿੱਚ ਉੱਚਾ ਇੱਕ ਨਾਮ ਉਹਦਾ ਬਣਾਇਆ। वचन कहते हैं हर घुटना टेकेगा, ਅਤੇ ਬਾਣੀ 'ਚ ਲਿਖਿਆ ਹਰ ਗੋਡਾ ਨਿਭਾਇਆ हर ਜਾਏਗਾ, जवान कहेगा हर एक जुबान को भूलेगी यीशु ही है परमेश्वर। यीशु ही है परमेश्वर। हालेलुया। वचन कहते हैं बाणी 'ਚ लिखा है जैसे यीशु कहते हैं मैं जय पाए, यीशु ने कहा जिमें मैं जित पाई तुम भी जीत पाओगे। ਤੁਸੀਂ ਵੀ ਜਿੱਤ ਜਾਓਗੇ। मेरे पिता के साथ ਮੇਰੇ ਬਾਪ ਦੇ ਨਾਲ तुम भी ਤੁਸੀਂ ਵੀ सिंहासन पर बैठेंगे। ਅਤੇ ਉਸ ਸਿਆਸਨ ਤੇ ਬੈਠੋਗੇ। यीशु कहते हैं यीशु ने आख्या
वो मेरे साथ भोजन करेंगे, ਅਤੇ ਮੇਰੇ ਨਾਲ ਭੋਜਨ ਛਕਣਗੇ, यीशु के साथ संगति करेंगे, ਯੀਸ਼ੂ ਨਾਲ ਸੰਗਤੀ ਕਰਨਗੇ, यीशु की फेलोशिप में ਯੀਸ਼ੂ रहेंगे, ਦੀ ਸੰਗਤੀ 'ਚ ਰਹੀਏ, यीशु की संगति में रहेंगे। ਯੀਸ਼ੂ ਦੀ ਸੰਗਤੀ 'ਚ ਰਹਿਣਗੇ। आज परमेश्वर ने आपको मौका दी ਅੱਜ है, ਪਰਮੇਸ਼ਰ ਨੇ ਤੁਹਾਨੂੰ ਮੌਕਾ ਬਖਸ਼ਿਆ, परमेश्वर की संगति में ਉਹਦੀ रहे, ਸੰਗਤੀ 'ਚ ਰਹੋ, प्रभु के चरणों में रहे, ਉਹਦੇ ਚਰਨਾਂ 'ਚ ਰਹੋ, परमेश्वर की संग रहे, ਪਰਮੇਸ਼ਰ ਦੇ ਨਾਲ ਰਹੋ, परमेश्वर के साथ ਪਰਮੇਸ਼ਰ रहे। ਦੇ ਨਾਲ ਰਹੋ। इस दौड़ में ਇਸ ਦੌੜ 'ਚ कितने लोग जीतना चाहते ਕਿੰਨੇ हैं? ਜਣੇ ਜਿੱਤਣਾ ਚਾਹੁੰਦੇ ਨੇ? इस दौड़ में, ਇਸ ਦੌੜ 'ਚ, विश्वास की दौड़ में ਵਿਸ਼ਵਾਸ ਦੀ ਦੌੜ 'ਚ कितने लोग दौड़ना चाहते ਕਿੰਨੇ हैं? ਜਣੇ ਭੱਜਣਾ ਚਾਹੁੰਦੇ ਨੇ? यदि हमसे कोई गलती हो ਜੇ गई, ਸਾਡੇ ਤੋਂ ਕੋਈ ਗਲਤੀ ਹੋਈ, इसी समय ਇਸੇ ਵੇਲੇ माफी मांगे। ਮਾਫੀ ਮੰਗੀ। मैं पहले मांगना चाहता हूँ, ਮੈਂ ਪਹਿਲੇ ਮੰਗਣਾ ਚਾਹੁੰਦਾ ਹਾਂ, प्रभु से प्रार्थना करें, ਪਰਮੇਸ਼ਰ ਅੱਗੇ ਦੁਆ ਕਰੀਏ। प्रभु ਪਰਮੇਸ਼ਰ इस दौड़ में ਇਸ ਦੌੜ 'ਚ मेरी गलती हो गई, ਮੇਰੇ ਤੋਂ ਗਲਤੀਆਂ ਹੋਈਆਂ, मैं क्षमा मांगते ਮੈਂ हैं। ਮਾਫੀ ਮੰਗਦਾ ਹਾਂ। इस दौड़ में मैं जीतना ਇਸ ਦੌੜ है, 'ਚ ਮੈਂ ਜਿੱਤਣਾ ਹੈ। आप भी प्रार्थना करें। ਤੁਸੀਂ ਵੀ ਦੁਆ ਕਰੋ। प्रभु यीशु, ਪ੍ਰਭੂ ਯੀਸ਼ੂ, इस दौड़ ਇਸ में ਦੌੜ 'ਚ मेरे से गलती हो गया ਮੇਰੇ ਤੋਂ तो ਗਲਤੀ ਹੋਈ ਆ ਤਾਂ प्रभु क्षमा करें। परमेश्वर माफ मैं करो। दौड़ना चाहता हूँ, मैं और दौड़ना इनाम चाहता हूँ। पाना चाहता मैं हूँ, पुरस्कार पाना चाहता इनाम हूँ। पाना चाहते मैं हैं। जीत के पुरस्कार पाना दौड़ने चाहता वाले हूँ। बहुत भजन ज्यादा वाले हैं। बहुत ज्यादा ने, दौड़ने वाला बहुत भजन ज्यादा। वाले बहुत ज्यादा ने, इनाम पाने वाला एक पुरस्कार है, पाने वाला एक है। वो एक आप हो, वो एक तुसी बन जाओ, वो एक आप हो, वो एक तुसी बन जाओ, इनाम पाने वाले आप इनाम हो। पाने वाले तुसी हो। खुशी के साथ हम परमेश्वर को आराधना करने जा खुशी रहे ने हैं। परमेश्वर की आराधना आइए हम करते सब अपने स्थान पर खड़े हो हैं जाएं। और सब अपनी थां से खड़े हो